ਹਰ ਹਰ ਨਾਮ ਰਤਨ ਹੈ, ਗੁਰ ਤੁਠਾ ਦੇਵੈ ਮਾਏ। ਮੈਂ ਧਰ ਸੱਚੇ ਨਾਮ ਕੀ ਹਰ, ਨਾਮ ਰਹਾ ਲਿਵ ਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋ ਦੇ ਦ੍ਰਿੜਾਏ। ਜਿਸ ਪ੍ਰਾਪਤ ਸੋ ਲਹੈ, ਗੁਰ ਚਰਣੀ ਲਾਗੈ ਆਏ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਦੀਨ ਦੁਨੀਆ ਦੇ ਮਾਲਕ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਸਹਿਜ ਵਿੱਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਤੁਰਕੀ ਬਾਣੀ ਦਾ ਜੋ ਫੁਰਮਾਨ ਹੈ ਆਪ ਸੰਗਤ ਨੂੰ ਸਰਵਣ ਕਰਵਾਇਆ ਹੈ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਵਿੱਤਰ ਫੁਰਮਾਨ ਦੀ ਵਿਆਖਿਆ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਭਾਤੀ ਮਹੱਲਾ ਪਹਿਲਾ। ਸੰਤਾਂ ਕੀ ਰੇਣ ਸਾਧ ਜਨ ਸੰਗਤ, ਹਰ ਕੀਰਤ ਤਰ ਤਾਰੀ। ਕਹਾ ਕਰੈ ਬਪੁਰਾ ਜਮ ਡਰ ਪੈ, ਗੁਰਮੁਖ ਹਿਰਦੈ ਮੁਰਾਰੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਮੁੱਚੀ ਲੋਕਾਈ ਦੇ ਭਲੇ ਹਿੱਤ ਸ਼੍ਰੀ ਮੁਖਵਾਕ ਉਚਾਰਦੇ ਨੇ। ਪ੍ਰਭਾਤੀ ਰਾਗ ਦੇ ਵਿੱਚ 1332 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹੈ। ਗੁਰੂ ਪਾਤਸ਼ਾਹ ਇੱਥੇ ਸੰਤ ਦੇ ਚਰਨ ਦੀ ਧੂੜੀ ਦੀ ਬਰਕਤ ਨੂੰ ਬਿਆਨ ਕਰਦੇ ਨੇ। ਸੰਤਾਂ ਕੀ ਰੇਣ ਸਾਧ ਜਨ ਸੰਗਤ। ਪ੍ਰੋਫੈਸਰ ਸਾਹਿਬ ਸਿੰਘ ਨੇ ਜੋ ਇਹਦੇ ਅਰਥ ਕੀਤੇ ਨੇ ਉਹ ਇਹ ਨੇ ਕਿ ਸੰਤਾਂ ਦੀ ਚਰਨ ਧੂੜੀ ਮਿਲ ਜਾਵੇ ਤੇ ਮਸਤਕ ਨੂੰ ਲਾ। ਜਦੋਂ ਫਰੀਦਕੋਟ ਵਾਲਾ ਟੀਕਾ ਪੜ੍ਹਦੇ ਹੋ, ਜੋ ਸਭ ਤੋਂ ਪੁਰਾਤਨ ਟੀਕਾ ਹੈ ਗੁਰੂ ਕੀ ਬਾਣੀ ਦਾ,
ਉਹ ਵੀ ਇੱਥੇ ਇਹੀ ਅਰਥ ਕਰਦੇ ਨੇ, ਕਿਉਂਕਿ ਸੰਤਾਂ ਲਫ਼ਜ਼ ਬਹੁ ਵਚਨ ਹੈ। ਮਹਾਰਾਜ ਕਹਿੰਦੇ ਨੇ ਉਹਨਾਂ ਦੀ ਧੂੜੀ ਨੂੰ ਮਸਤਕ ਨਾਲ ਲਾ, ਸਾਧ ਜਨ ਸੰਗਤ, ਔਰ ਉਹਨਾਂ ਦੀ ਸੰਗਤ ਵਿੱਚ ਬੈਠ। ਉਹਨਾਂ ਦੀ ਸੰਗਤ ਵਿੱਚ ਬੈਠ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ, ਹਰ ਕੀਰਤ ਤਰ ਤਾਰੀ, ਪਰਮਾਤਮਾ ਦੀ ਕੀਰਤੀ ਗਾ, ਭਗਤੀ ਕਰ। ਤਰ ਤੋਂ ਭਾਵ ਤਰਨਾ ਹੈ, ਤਾਰੀ ਤੋਂ ਭਾਵ ਬੇੜੀ ਹੈ। ਇਸ ਸੰਸਾਰ ਸਾਗਰ ਤੋਂ ਪਾਰ ਲਿਜਾਣ ਵਾਲੀ ਬੇੜੀ ਹਰ ਦੀ ਕੀਰਤ ਹੈ, ਅਕਾਲ ਪੁਰਖ ਦਾ ਨਾਮ ਹੈ। ਉਹੀ ਤੈਨੂੰ ਭਵਸਾਗਰ ਤੋਂ ਪਾਰ ਲਿਜਾਣ ਵਾਲੀ ਬੇੜੀ ਹੈ। ਸਾਧੂਆਂ ਦੀ ਸੰਗਤ ਕਰ, ਮਹਾਂਪੁਰਸ਼ਾਂ ਦੀ ਸੰਗਤ ਕਰ, ਉਹਨਾਂ ਦੀ ਚਰਨ ਧੂੜ ਮਸਤਕ ਨੂੰ ਲਾ। ਹੁਣ ਸੰਤ ਕੌਣ ਹੈ? ਲਿਬਾਸ ਚਿੱਟਾ ਪਾ ਲੈਣਾ, ਲਿਬਾਸ ਭਗਵਾ ਪਾ ਲੈਣਾ। ਜੇ ਕੋਈ ਆਖੇ ਵੀ ਇਹੀ ਸੰਤ ਹੈ, ਨਹੀਂ, ਲਿਬਾਸ ਦਾ ਜਿਹੜਾ ਪੱਖ ਹੈ ਉਹ ਵੱਖਰਾ ਹੈ, ਪਰ ਜਿਹੜੀ ਅੰਦਰ ਬਰਕਤ ਹੈ। ਸੰਤ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਦਾ ਮੰਤਰ ਅਕਾਲ ਪੁਰਖ ਦਾ ਨਾਮ ਹੈ, ਤੇ ਜਿੰਨੇ ਵੀ ਸਾਹ ਨੇ ਹਰ ਸਾਹ ਦੇ ਨਾਲ ਇਹ ਮੰਤਰ ਉਚਾਰਦੇ ਨੇ। ਗਿਰਾਸ ਦਾ ਮਤਲਬ ਹੈ ਬੁਰਕੀ। ਹਰ ਪਲ ਹਰ ਬੁਰਕੀ ਦੇ ਨਾਲ ਪਰਮਾਤਮਾ ਦਾ ਨਾਮ ਉਹ ਜਪਦੇ ਨੇ। ਨਾਮ ਜਪਣ ਦਾ ਫਲ ਇਹ ਮਿਲਿਆ, ਉਹ ਸ਼ਾਂਤ ਹੋ ਗਏ। ਸ਼ਾਂਤ ਦਾ ਮਤਲਬ ਹੈ ਇੰਦਰੇ ਉਹਨਾਂ ਦੇ ਵਸ ਵਿੱਚ ਹੋ ਗਏ। ਆਪਣਾ ਮਨ ਕਾਬੂ ਵਿੱਚ ਨਹੀਂ ਹੈ। ਸੰਤ ਉਹ ਹੈ ਜਿਸ ਦਾ ਮਨ ਕਾਬੂ ਵਿੱਚ ਹੈ, ਜਿਸ ਨੇ ਵਿਸ਼ਿਆਂ ਤੇ ਜ਼ੋਰ ਪਾ ਲਿਆ ਹੈ। ਅੱਖ, ਨੱਕ, ਕੰਨ ਆਦਿ ਜਿੰਨੇ ਵੀ ਇੰਦਰੇ ਨੇ, ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਗਿਆਨ ਇੰਦਰੇ ਨੇ ਜਾਂ ਕਰਮ ਇੰਦਰੇ ਨੇ। ਮਨ ਹੈ ਜਿਸ ਦੇ ਵਸ ਵਿੱਚ ਹੈ, ਜਿਸ ਨੇ ਸ਼ਾਂਤ ਕਰ ਲਏ ਇੰਦਰੇ, ਉਹ ਬਣ ਜਾਂਦਾ ਹੈ ਸੰਤ। ਤੇ ਤਰੀਕਾ ਕਿਹੜਾ ਵਰਤਿਆ ਉਹਨੇ? ਸਵਾਸਾਂ ਨਾਲ ਨਾਮ ਜਪਿਆ ਅਕਾਲ ਪੁਰਖ ਦਾ। ਔਰ ਐਸੇ ਸੰਤਾਂ ਲਈ ਬਾਣੀ ਵਿੱਚ ਆਉਂਦਾ, ਧਨ ਸੇ ਸਈ ਨਾਨਕਾ, ਧਨਤਾ ਦੇ ਯੋਗ ਨੇ ਉਹ ਮਹਾਂਪੁਰਸ਼। ਅੱਗੇ ਹੈ ਰੇਣ ਲਫ਼ਜ਼। ਸੰਸਕ੍ਰਿਤ ਵਿੱਚ ਰੇਣ ਤੋਂ ਭਾਵ ਹੈ ਰਜ, ਚਰਨ ਧੂੜੀ। ਰੇਣਕਾ ਪ੍ਰਿਥਵੀ ਨੂੰ ਵੀ ਕਹਿ ਦਿੰਦੇ ਨੇ। ਹੁਣ ਇੱਥੇ ਚਰਨ ਧੂੜੀ ਦੀ ਗੱਲ ਹੈ। ਤਿੰਨ ਪ੍ਰਕਾਰ ਦੇ ਅਰਥ ਬਾਣੀ ਵਿੱਚ ਆਉਂਦੇ ਨੇ। ਪਹਿਲਾ, ਚਰਨ ਧੂੜੀ ਤੋਂ ਭਾਵ ਹੈ ਨਿਮਰਤਾ ਧਾਰਨੀ। ਦੂਸਰਾ, ਚਰਨ ਧੂੜੀ ਤੋਂ ਭਾਵ ਹੈ ਸੰਗਤਾਂ ਦੀ ਸੰਗਤ ਕਰਨੀ। ਤੀਸਰਾ, ਪ੍ਰਤੱਖ ਚਰਨਾਂ ਦੀ ਮਿੱਟੀ ਨੂੰ ਕਿਹਾ ਹੈ। ਜਿੱਥੇ ਪਹਿਲਾ ਪੱਖ ਹੈ ਚਰਨ ਧੂੜੀ ਨੂੰ, ਜਿੱਥੇ ਨਿਮਰਤਾ ਕਿਹਾ, ਉੱਥੇ ਆਉਂਦਾ ਸਰਬ ਕੀ ਰੇਣ ਹੋਵੀ ਜੈ, ਆਪ ਮਿਟਾਏ ਮਿਲੀ ਜੈ। ਕਹਿੰਦੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿ, ਭਾਵ ਕਿ ਨਿਮਰਤਾ ਰੱਖ, ਸਾਰਿਆਂ ਨਾਲ ਪ੍ਰੇਮ ਨਾਲ ਪੇਸ਼ ਆ। ਜਿਹਦੇ ਅੰਦਰ ਨਿਰਮਾਣਤਾ ਹੈ, ਨਿਮਰਤਾ ਹੈ, ਆਪ ਮਿਟਾਏ ਮਿਲੀਜੈ, ਜਿਹਦੀ ਮੈਂ ਮਿਟ ਗਈ, ਆਪਾ ਮਿਟ ਗਿਆ, ਉਹੀ ਰੱਬ ਨੂੰ ਮਿਲ ਸਕਿਆ ਹੈ, ਉਹ ਪਰਮਾਤਮਾ ਨੂੰ ਮਿਲ ਲੈਂਦਾ ਹੈ। ਹੁਣ ਜਿਹੜਾ ਅੱਗੇ ਪੱਖ ਹੈ, ਮਹਾਰਾਜ ਕਹਿੰਦੇ ਇਹ ਅਹੰਕਾਰ ਦੂਰ ਕਰਨ ਦਾ ਇਹ ਤਰੀਕਾ ਹੈ। ਸਭ ਕੀ ਰੇਨ ਹੋਏ ਮਨ ਮੇਰਾ, ਅਹੰ ਬੁੱਧ ਤਜਾਵਹੁ। ਸਭਨਾਂ ਦੇ ਚਰਨਾਂ ਦੀ ਧੂੜ ਬਣ ਕੇ ਰਹਿ।
ਨਿਮਰਤਾ ਵਿੱਚ ਰਹਿ, ਅਹੰ ਬੁੱਧ, ਅਹੰਗ ਦਾ ਮੈਂ ਦਾ ਤਿਆਗ ਕਰ, ਫਿਰ ਰੱਬ ਮਿਲੇਗਾ। ਦੂਸਰਾ ਰੇਣ ਦਾ ਪੱਖ ਹੈ ਸੰਗਤ ਕਰਨ ਰੂਪੀ ਚਰਨ ਧੂੜੀ ਪ੍ਰਾਪਤ ਕਰਨੀ। ਸਭ ਤੋਂ ਮਹਾਨ ਸੰਗਤ ਕਿਸ ਦੀ ਹੈ? ਗੁਰ ਕੀ ਰੇਣ ਨਿਤ ਮਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ। ਕਹਿੰਦੇ ਗੁਰੂ ਦੀ ਰੋਜ਼ ਸੰਗਤ ਕਰ, ਗੁਰੂ ਦੇ ਚਰਨਾਂ ਵਿੱਚ ਆ, ਉਸ ਦੇ ਨਾਮ ਦੀ ਧੂੜੀ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਾ। ਉਹਦੇ ਬਾਅਦ ਕੀ ਹੋਵੇਗਾ? ਕਹਿੰਦੇ ਜਨਮਾਂ ਜਨਮਾਂ ਦੀ ਮੈਲ ਤੇਰੀ ਵਿਕਾਰਾਂ ਦੀ, ਪਾਪਾਂ ਦੀ ਲੈ ਜਾਵੇਗੀ। ਗੁਰੂ ਤੋਂ ਬਾਅਦ ਸਤ ਸੰਗਤ ਵਿੱਚੋਂ ਜਿਹੜੇ ਗੁਰਮੁਖ ਦਾ ਮਰਾਤਬਾ ਹਾਸਲ ਕਰਦੇ ਨੇ, ਸੰਤ ਬਣ ਜਾਂਦੇ ਨੇ, ਉਹਨਾਂ ਦੀ ਧੂੜੀ ਦੀ ਗੱਲ ਹੈ। ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਹੁਣ ਗੁਰੂ ਦੀ ਧੂੜੀ ਗੁਰੂ ਕਿਵੇਂ ਪ੍ਰਾਪਤ ਹੋਵੇ? ਕਹਿੰਦੇ ਸੰਤਾਂ ਦੀ ਸਭਾ ਵਿੱਚ ਜਾ, ਸੰਤਾਂ ਦੀ ਸਭਾ ਚੋਂ ਹੀ ਗੁਰੂ ਮਿਲਦਾ ਹੈ। ਤੇ ਸੰਤਾਂ ਦੀ ਸਭਾ ਵਿੱਚ ਜੋ ਮਿਲਿਆ ਹੋਇਆ ਗੁਰੂ ਹੈ ਮੁਕਤ ਪਦਾਰਥ ਧੇਣ, ਉਹ ਮੁਕਤੀ ਬਖਸ਼ਣ ਵਾਲਾ ਹੈ, ਉਹ ਨਿਜਾਤ ਬਖਸ਼ਣ ਵਾਲਾ ਹੈ। ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਕਿਹਾ ਸੀ, ਫਿਦਾ ਅਸਤ ਜਾਨੋ ਦਿਲੇ ਮਨ, ਫਿਦਾ ਅਸਤ ਜਾਨੋ ਦਿਲੇ ਮਨ, ਬਾ ਖਾਕੇ ਮੁਕਦਮੇ ਖਾਕ, ਬਾ ਖਾਕੇ ਮੁਕਦਮੇ ਪਾਕ। ਕਹਿੰਦੇ ਮੈਂ ਫਿਦਾ ਤੋਂ ਭਾਵ ਹੈ ਕੁਰਬਾਨ ਜਾਵਾਂ, ਮੈਂ ਕਹਿੰਦੇ ਕੁਰਬਾਨ ਜਾਵਾਂ ਦਿਲ ਅਤੇ ਜਾਨ ਕਰਕੇ। ਤੇ ਪੁੱਛਿਆ ਸਿੱਖਾਂ ਨੇ ਜੀ ਕਿਹਦੇ ਤੋਂ ਕੁਰਬਾਨ ਜਾਂਦੇ ਹੋ? ਕਹਿੰਦੇ ਮੁਕੱਦਮੇ ਭਾਵ ਕਦਮਾਂ ਦੀ ਖਾਕ ਤੋਂ ਮੈਂ ਕੁਰਬਾਨ ਜਾਂਦਾ ਹਾਂ। ਫਿਦਾ ਅਸਤ ਜਾਨੋ ਦਿਲੇ ਮਨ, ਬਾ ਖਾਕੇ ਮੁਕੱਦਮੇ ਪਾਕ, ਹਰ ਆਂਕਸੇ ਕੇ ਬਸੂਏ ਤੋ ਰਹਿ ਨਮੂਦ ਮਰਾ। ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ, ਹਰ ਦਾ ਮਤਲਬ ਹੈ ਹਰ ਇੱਕ ਤੋਂ, ਕੇ ਦਾ ਮਤਲਬ ਹੈ ਜਿਹੜਾ, ਮੈਂ ਉਸ ਹਰ ਇੱਕ ਤੋਂ ਕੁਰਬਾਨ ਜਾਨਾ ਹਾਂ ਜਿਹੜਾ ਬਸੂਏ ਤੋਂ ਭਾਵ ਹੈ ਉਸ ਤਰਫ, ਜਿਹੜਾ ਮੈਨੂੰ ਗੁਰੂ ਦੀ ਤਰਫ ਤੋਰੇ, ਮੈਨੂੰ ਗੁਰੂ ਦੇ ਨਾਲ ਜੋੜ ਦਵੇ, ਉਹਦਿਆਂ ਚਰਨਾਂ ਦੀ ਖਾਕ ਤੋਂ ਮੈਂ ਕੁਰਬਾਨ ਜਾਂਦਾ ਹਾਂ, ਜੋ ਮੈਨੂੰ ਰਸਤਾ ਵਿਖਾ ਦਵੇ ਗੁਰੂ ਦੇ ਦਰ ਦਾ। ਤੇ ਗੁਰੂ ਦੇ ਦਰ ਦਾ ਰਸਤਾ ਕੌਣ ਵਿਖਾਉਂਦਾ ਹੈ? ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ, ਸਾਧੂ ਜਨ, ਸੰਤ ਜਨ, ਮਹਾਂਪੁਰਸ਼। ਹੁਣ ਅੱਗੇ ਹੈ ਰੇਣ ਰਜ ਚਰਨ ਧੂੜੀ, ਸਿੱਧੇ ਅਰਥ। ਪਹਿਲਾ ਅਰਥ ਸੀ ਸੰਗਤ ਸਾਧੂ ਦੀ, ਗੁਰਮੁਖਾਂ ਦੀ, ਸੰਤਾਂ ਦੀ, ਗੁਰੂ ਪਾਤਸ਼ਾਹ ਦੀ, ਸਤ ਸੰਗੀਆਂ ਦੀ। ਦੂਜਾ ਪੱਖ, ਦੂਸਰਾ ਅਰਥ ਨਿਰਮਾਣਤਾ ਧਾਰਨੀ, ਚਰਨ ਧੂੜ ਬਣ ਜਾਣਾ ਸਭ ਦੀ। ਤੇ ਤੀਸਰਾ ਪ੍ਰਤੱਖ ਸਿੱਧੇ ਅਰਥ ਨੇ ਜੋ ਚਰਨ ਧੂੜੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਥੇ ਸਾਫ਼ ਕਹਿੰਦੇ ਨੇ, ਲੇ ਗੁਰ ਪਗ ਰੇਨ ਰਵਾਲ ਲੇ, ਕਹਿੰਦੇ ਹੱਥਾਂ ਨਾਲ ਲੈ, ਗੁਰੂ ਦੇ ਦਰ ਦੀ ਧੂੜੀ ਲੈ। ਲੇ ਗੁਰ ਪਗ ਰੇਨ ਰਵਾਲ, ਸ਼ਬਦ ਲਿਦ ਪੰਜ ਦੁਖ ਜਾਲ। ਤੇ ਜਦੋਂ ਉਹ ਰਵਾਲ ਮਸਤਕ ਨੂੰ ਲਾ ਲਵੇਂਗਾ ਧੂੜੀ, ਤੇ ਤੇਰੇ ਦੁੱਖ ਦਲਿੱਦਰ ਦੂਰ ਹੋ ਜਾਣਗੇ। ਕਈ ਵਾਰ ਆਪਾਂ ਦੇਖਦੇ ਹਾਂ ਨਾ, ਸੰਗਤ ਜੋੜਾ ਘਰ ਵਿੱਚ ਜੋੜਾ ਮਸਤਕ ਨੂੰ ਲਾਉਂਦੀ ਹੈ, ਜਾਂ ਗੁਰੂ ਦੇ ਦਰ ਦੇ ਉੱਤੇ ਉਹ ਮਸਤਕ ਘਸਾਉਂਦੇ ਨੇ। ਤੇ ਅਸੀਂ ਸੋਚਦੇ ਸ਼ਾਇਦ ਇਹ ਦਿਖਾਵਾ ਹੈ, ਪਖੰਡ ਹੈ, ਇਹਦੇ ਨਾਲ ਕੁਝ ਹੋਵੇਗਾ। ਨਹੀਂ, ਇਸ ਤਰ੍ਹਾਂ ਨਹੀਂ ਹੈ।
ਕਹਿੰਦੇ ਸਭ ਦਲਿੱਦ ਭੰਜ ਦੁੱਖ ਜਾਲ, ਤੇਰੇ ਦਲਿੱਦਰ ਦੁੱਖ ਦੂਰ ਹੋ ਜਾਣਗੇ। ਲੈ ਗੁਰ ਪੱਗ ਰੇਨ ਰਵਾਲ, ਜੇ ਗੁਰੂ ਦੇ ਚਰਨਾਂ ਦੀ ਧੂੜੀ ਲੈ ਕੇ ਮਸਤਕ ਨੂੰ ਲਾਵੇਂਗਾ। ਰਿਸੀਵ ਦਾ ਡਸਟ ਆਫ ਦਾ ਗੁਰੂਜ਼ ਫੀਟ, ਗ੍ਰਹਿਣ ਕਰ ਉਸ ਧੂੜੀ ਨੂੰ ਮਸਤਕ ਦੇ ਉੱਤੇ। ਹੁਣ ਅੱਗੇ ਹੈ, ਇੱਕ ਕਵੀ ਨੇ ਬੜਾ ਸੁੰਦਰ ਬਚਨ ਕਿਹਾ ਹੈ, ਸ਼ਾਇਰੀ ਕਰਦਾ ਹੈ, ਕਹਿੰਦਾ ਕੂਚਾ ਏ ਦਰ ਪਰਮਾਤਮਾ ਦੇ ਦਰ ਦੇ ਝਾੜੂ ਬਰਦਾਰ ਹੋਣਾ, ਕੂਚਾ ਫੇਰਨਾ, ਪਰਮਾਤਮਾ ਦੇ ਦਰ ਤੇ ਬੌਕਰ ਫੇਰਨੀ। ਉਹ ਪੁੱਛਿਆ ਜੀ ਦਰ ਕਿਹਦਾ ਹੈ? ਕੂਚਾ ਏ ਮੁਰਸ਼ਦ ਸੇ ਬਿਹਤਰ ਹੈ, ਠਿਕਾਨਾ ਕੌਣ ਸਾ। कूचा ए दर से, कूचा ए मुर्शद से, बेहतर है ठिकाना कौन सा। बागे जन्नत भी मिले तो हम कदम रखते नहीं। कहते गुरु दे दर दे झाड़ू बरदार होना, गुरु दे मुर्शद दे दर दे सेवादार होना, गुरु दे दर दी धूड़ी नूं प्राप्त करना, मुरशद दे दर दी रेण नूं प्राप्त करना, ये जिसनूं हासिल है ना, वो बागां नूं स्वर्गां नूं वेख के भी नहीं कदम रखदा, वो डोलदा नहीं, क्योंकि गुरु दे दर दी धूड़ी तो वध के कुछ भी दुनिया ते नहीं है। अगे फिर संत दी गल है, तेरियां संतां जाचों चरण रेन, ले मस्तक लावों कर किरपा देन। जिथे ते आवेगा ना चरण धूड़ी मन च वसाओ, ते है संगत करो संतां दी, ते हिरदे विच उन्हां दी सिक्ख्या टकाओ। इत्थे सिद्धे अर्थ ने ले मस्तक लावो कर किरपा देन। हुण मस्तक बाहर मुखी है, मस्तक मथे नूं कहा है, कहंदे गुरु दी चरनां दी धूड़ी मथे नूं ला। फिर अगे कहते ने तेरियां संतां जाचों चरण रेन, संतां दे चरनां दी धूड़ी मंग जे मिल जावे। ले मस्तक लावों कर किरपा देन, मथे ते ला, मस्तक ते ला, साधु दी धूड़ी मथे नूं ला। हुण अगे आ जाओ, भाई गुरदास जी ने बड़ा सुंदर कहा, मस्तक लागे साध रेण, वड भाग जिन्हां दे, ਵੱਡਿਆਂ ਭਾਗਾਂ ਵਾਲੇ ਹੀ ਚਰਨ ਧੂੜੀ ਪ੍ਰਾਪਤ ਕਰਦੇ ਨੇ। ਉਹਨਾਂ ਦੇ ਭਾਗ ਵੱਡੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਸੰਤਾਂ ਦੀ ਚਰਨ ਧੂੜੀ ਮਿਲਦੀ ਹੈ। ਗੁਰੂ ਤੋਂ ਬਾਅਦ ਸੰਤ ਦੀ ਚਰਨ ਧੂੜੀ ਦੀ ਗੱਲ ਤੇ ਅੱਗੇ ਕਰਦੇ ਨੇ ਸਤ ਸੰਗਤ ਦੀ। ਜਿੱਦਾਂ ਆਪਾਂ ਗੁਰੂ ਘਰ ਆਉਣੇ, ਸੰਗਤ ਵਿੱਚ ਆਉਣੇ ਆ, ਬਾਹਰ ਕੋਈ ਮੈਟ ਪਿਆ ਹੈ, ਸੰਗਤ ਚਰਨ ਝਾੜਦੀ ਹੈ ਤੇ ਉਹ ਧੂੜੀ ਮਸਤਕ ਨੂੰ ਲਾ ਲੈਂਦੇ ਆ। इत्थे भी बाहर मुखी अर्थ चलता है, सत संगत की रेण मुख लागी। ये मुख अंदर नहीं है, बाहर है। रेण अंदर नहीं है, रेत मिट्टी अंदर नहीं है, बाहर है। सत संगत इत्थे बाहर है। सत संगत की रेण मुख लागी, किए सगल तीरथ मजनीठा। ਕਹਿੰਦੇ ਗੁਰੂ ਦੀ ਸੰਗਤ ਵਿੱਚ ਜਿਹੜੇ ਸਤ ਸੰਗੀ ਆਉਂਦੇ ਨੇ ਨਾ, ਤੇ ਗੁਰੂ ਦੇ ਦਰ ਤੇ ਜਿਹੜੀ ਉਹਨਾਂ ਦੇ ਚਰਨਾਂ ਦੀ ਧੂੜੀ ਹੈ, ਜੇ ਉਹ ਮਸਤਕ ਨੂੰ ਲੱਗ ਜਾਵੇ ਤੇ ਇਉਂ ਸਮਝ ਲਓ ਸਾਰੇ ਹੀ ਤੀਰਥਾਂ ਦਾ ਫਲ ਉਸ ਨੂੰ ਮਿਲ ਗਿਆ। ਸੋ ਰੇਣ ਦੇ ਧੂੜ ਦੇ ਵੱਖ-ਵੱਖ ਬਾਣੀ ਦੇ ਵਿੱਚ ਅਰਥ ਆਉਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹੀ ਸਮਝਾਉਂਦੇ ਨੇ ਵੀ ਸੰਤਾਂ ਦੇ ਚਰਨਾਂ ਦੀ ਧੂੜੀ ਮਸਤਕ ਨੂੰ ਲਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜਗ੍ਹਾ ਆਉਂਦਾ ਹੈ ਵੀ ਸੰਤ ਦੀ ਸੰਗਤ ਕਰ ਲਓ, ਧੂੜੀ ਮਸਤਕ ਨੂੰ ਲਾ ਲਓ, ਨਿਜਾਤ ਮਿਲੇਗੀ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ। ਅਕਾਲ ਪੁਰਖ ਦੇ ਦਾਸ ਦੀ ਧੂੜੀ ਮਿਲ ਜਾਵੇ, ਸੰਗਤ ਮਿਲ ਜਾਵੇ, ਧੂੜੀ ਮਿਲੇ ਮਸਤਕ ਨੂੰ ਲਾ, ਸੰਗਤ ਮਿਲੇ ਪਾਸ ਬੈਠ, ਰੱਬ ਦੇ ਗੀਤ ਗਾ ਤੇ ਆਖਣ ਲੱਗੇ ਪਰਮਗਤ ਹਾਸਲ ਕਰ ਲਵੇਂਗਾ। 84 ਲੱਖ ਗੇੜ ਤੋਂ ਨਿਜਾਤ ਮਿਲ ਜਾਵੇਗੀ, ਦੁੱਖਾਂ ਤੋਂ ਨਿਜਾਤ ਮਿਲ ਜਾਵੇਗੀ।
ਸੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸੰਤਾਂ ਕੀ ਰੇਣ ਸਾਧ ਜਨ ਸੰਗਤ। ਚਰਨ ਧੂੜੀ ਲੈ, ਮਸਤਕ ਨੂੰ ਲਾ ਤੇ ਸਾਧੂਆਂ ਦੀ ਸੰਗਤ ਵਿੱਚ ਬੈਠ। ਹਰ ਕੀਰਤ ਤਰ ਤਾਰੀ। ਮਹਾਰਾਜ ਕਹਿੰਦੇ ਨੇ ਉਹਨਾਂ ਕੋਲ ਬੈਠ ਕੇ ਕੀ ਕਰਨਾ ਹੈ? ਅਕਾਲ ਪੁਰਖ ਦੇ ਗੀਤ ਹੀ ਸੰਤ ਗਾਉਂਦੇ ਨੇ, ਤੂੰ ਵੀ ਗਾ। ਜਦੋਂ ਗੀਤ ਗਾਵੇਂਗਾ ਨਾ, ਕਹਿੰਦੇ ਉਹੀ ਜਿਹੜਾ ਨਾਮ ਹੈ ਤੂੰ ਗਾ ਰਿਹਾ ਹੈ, ਉਹੀ ਦੁੱਖਾਂ ਦੇ ਸਾਗਰ ਤੋਂ, ਸੰਸਾਰ ਸਾਗਰ ਤੋਂ ਤੈਨੂੰ ਪਾਰ ਲਿਜਾਣ ਵਾਲੀ ਬੇੜੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜਗ੍ਹਾ ਆਉਂਦਾ ਨਾ, ਮਨ ਰੇ ਹਰ ਕੀਰਤ ਤਰ ਤਾਰੀ। ਹਰੀ ਦੀ ਕੀਰਤਨ ਨੂੰ, ਕੀਰਤੀ ਨੂੰ, ਵਡਿਆਈ ਨੂੰ ਤਾਰੀ ਬਣਾ ਲਾ। ਇਹੀ ਬੇੜੀ ਹੈ ਦੁੱਖਾਂ ਦੇ ਸਾਗਰ ਚੋਂ ਪਾਰ ਲਿਜਾਣ ਵਾਲੀ। ਔਰ ਨਾਮ ਜਪੇ ਦਾ ਕੀ ਫਾਇਦਾ ਹੈ? ਇਹ ਫਾਇਦਾ ਦਰ ਫਾਇਦਾ ਮਹਾਰਾਜ ਅੱਗੇ ਬਿਆਨ ਕਰਦੇ ਨੇ। ਕਹਾ ਕਰੈ ਬਪੁਰਾ ਜਮ ਡਰ ਪੈ, ਗੁਰਮੁਖ ਹਿਰਦੈ ਮੁਰਾਰੀ। ਜਦੋਂ ਨਾਮ ਰਸਨਾ ਤੇ ਆਵੇਗਾ ਤੇ ਉਹ ਅੰਦਰ ਵਸੇਗਾ, ਪਰਮਾਤਮਾ ਅੰਦਰ ਪ੍ਰਗਟ ਹੋਵੇਗਾ। ਹੁਣ ਪ੍ਰਗਟ ਹੋਇਆਂ ਮਹਾਰਾਜ ਕਹਿੰਦੇ ਨੇ, ਕਹਾ ਕਰੈ ਬਪੁਰਾ ਜਮ ਡਰ ਪੈ। ਮੌਤ ਤੋਂ ਸਾਰੇ ਡਰਦੇ ਨੇ, ਤੇ ਜਿਹਦੇ ਅੰਦਰ ਅਕਾਲ ਪੁਰਖ ਦਾ ਨਾਮ ਪ੍ਰਗਟ ਹੋ ਜਾਵੇ, ਮੌਤ ਉਹਦੇ ਤੋਂ ਡਰਦੀ ਹੈ। ਸਿੱਖਾਂ ਦਾ ਤੇ ਇਤਿਹਾਸ ਗਵਾਹੀ ਭਰਦਾ ਹੈ, ਬਾਬਾ ਦੀਪ ਸਿੰਘ ਕੋਲੋਂ ਮੌਤ ਡਰਦੀ ਹੈ। ਉਹ ਸਿਰ ਤਲੀ ਤੇ ਟਿਕਾ ਲੈਂਦੇ ਨੇ। ਬਾਣੀ ਦੇ ਹੀ ਬੋਲ ਨੇ ਨਾ, ਜੇ ਪਿਆਰ ਵਿਖਾਉਣਾ ਹੈ ਮੁਰਸ਼ਦ ਦੇ ਪ੍ਰਤੀ ਤੇ ਫਿਰ ਕੀ ਕਹਿੰਦੇ ਨੇ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਬਾਬਾ ਦੀਪ ਸਿੰਘ ਫਿਰ ਇੱਦਾਂ ਹੀ ਚੱਲਦਾ ਹੈ। ਇਹ ਉਹਦੀ ਕਿਰਪਾ ਹੈ ਅਕਾਲ ਪੁਰਖ ਦੀ। ਚਾਹੇ ਤੇ ਸਾਹਾਂ ਤੋਂ ਬਿਨਾਂ ਰੱਖ ਸਕਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਜਾਂ ਇਉਂ ਸਮਝ ਲਓ, ਮਿਰਤਕ ਕੋ ਪਾਇਓ ਤਨ ਸਾਸਾ, ਵਿਸ਼ਰਤਾਨ ਮਿਲਾਇਆ। ਮੁਰਦਿਆਂ ਨੂੰ ਸੁਰਜੀਤ ਕਰ ਦੇਣਾ। ਹੀ ਇਨਫਿਊਜ਼ਸ ਬ੍ਰੈਥ ਇਨਟੂ ਦਾ ਡੈਡ ਵਨਸ। ਮੁਰਦਿਆਂ ਨੂੰ ਸੁਰਜੀਤ ਕਰ ਦੇਣਾ। ਖੈਰ, ਉਹਨਾਂ ਕੋਲੋਂ ਮੌਤ ਵੀ ਡਰਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਜਾਵੇ। ਇੱਕ ਪੱਖ ਇਹ ਵੀ ਹੈ ਵੀ ਜਦੋਂ ਜੰਮ ਆਉਂਦੇ ਨੇ ਨਾ, ਇਨਸਾਨ ਡਰਦਾ ਹੈ। ਆਪਾਂ ਦੇਖਦੇ ਹਾਂ ਕਿਸੇ ਦੀ ਮੌਤ ਆਈ ਹੋਵੇ ਨਾ, ਸਿਰਹਾਣੇ ਬੈਠ ਜਾਓ, ਅੱਖਾਂ ਟੱਡੇਗਾ, ਸਰੀਰ 'ਚੋਂ ਗੰਦਗੀ ਨਿਕਲੇਗੀ, ਬਲੱਡ ਨਿਕਲੇਗਾ। ਉਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਮੁਸ਼ਕਿਲ ਖੜੀ ਕਰ ਰਿਹਾ ਹੈ ਜੰਮ ਉਹਦੇ ਲਈ। ਅੱਖਾਂ ਤਾਂ ਟੱਡੀਆਂ ਨੇ, ਭਿਅੰਕਰ ਬੜਾ ਹੈ, ਆਪਾਂ ਨੂੰ ਨਹੀਂ ਦਿਖਦਾ, ਉਹਨੂੰ ਦਿਖਦਾ ਹੈ। ਬਾਣੀ 'ਚ ਹੀ ਆਉਂਦਾ ਹੈ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜ ਕਾਏ। ਹੱਡਾਂ ਨੂੰ ਭੰਨ ਕੇ ਜਿੰਦ ਕੱਢੀ ਜਾਂਦੀ ਹੈ ਅੰਦਰੋਂ। ਤੇ ਜਦੋਂ ਸਤਿਪੁਰਸ਼ਾਂ ਦੀ ਨਾਮ ਰਸੀਆਂ ਦੀ ਮੌਤ ਆਉਂਦੀ ਹੈ ਨਾ, ਮਹਾਰਾਜ ਕਹਿੰਦੇ ਉਹ ਸੁਤੇ ਸਿੱਧ ਸਰੀਰ ਤਿਆਗਦੇ ਨੇ, ਉਹਨਾਂ ਨੂੰ ਜੰਮ ਲੈਣ ਨਹੀਂ ਆਉਂਦਾ। ਕਿਉਂ ਲੈਣ ਨਹੀਂ ਆਉਂਦਾ? ਆਪ ਮੁਕਤ ਕਰੈ ਸੰਸਾਰ। ਉਹ ਨਿਜਾਤ ਹਾਸਲ ਕਰ ਚੁੱਕੇ ਨੇ ਡਰ ਭੈ ਤੋਂ, ਮੌਤ ਤੋਂ, ਸੰਸਾਰ ਤੋਂ। ਜਿਵੇਂ ਬੱਦਲ ਪ੍ਰਗਟ ਹੁੰਦਾ ਹੈ, ਵਰਖਾ ਕਰਕੇ ਲੋਪ ਹੋ ਜਾਂਦਾ, ਉਹ ਪਰਉਪਕਾਰ ਲਈ ਆਉਂਦੇ ਨੇ, ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਚਲੇ ਜਾਂਦੇ ਨੇ। ਸੋ ਬਾਣੀ ਪੜ੍ਹਨ ਵਾਲੇ ਨੂੰ ਜੰਮ ਨਹੀਂ ਛੂੰਹਦਾ। ਤੇ ਗੁਰੂ ਨਾਨਕ ਸਾਹਿਬ ਨੇ ਮੋਹਰ ਲਾਈ, ਕਹਾ ਕਰੈ ਬਪੁਰਾ ਜਮ ਡਰ ਪੈ। ਬਪੁਰਾ ਤੋਂ ਭਾਵ ਹੈ ਵਿਚਾਰਾ। ਬਪੁਰਾ ਦਾ ਮਤਲਬ ਇਹ ਵੀ ਹੁੰਦਾ ਹੈ ਜੋ ਦੇਹ ਤੋਂ ਰਹਿਤ ਹੈ, ਪ੍ਰੇਤ। ਬਪੁਰਾ ਦਾ ਭਾਵ ਕਰੂਪ। ਉਹ ਕਹਿੰਦੇ ਵਿਚਾਰਾ ਕੀ ਕਰੇ? ਨਾਮ ਦਾ ਪਹਿਰਾ ਹੈ ਗੁਰਮੁਖਾਂ ਦੇ ਕੋਲ, ਉਹ ਨੇੜੇ ਨਹੀਂ ਢੁੱਕ ਸਕਦਾ। ਜੰਮ ਦੇ ਵੀ ਬੜੇ ਅਰਥ ਨੇ। ਪਹਿਲਾ ਅਰਥ ਤੇ ਇਹ ਹੈ, ਇਹ ਜਨਮ ਦਾ ਸੰਕੇਪ ਹੈ, ਸ਼ਾਰਟ ਫਾਰਮ ਹੈ ਜਨਮ ਦੀ। ਗੁਰੂ ਪਾਤਸ਼ਾਹ ਕਹਿੰਦੇ ਨੇ, ਜਮ ਕਾਲ ਸਿਰ ਹੋਣਾ ਉਤਰੈ ਤ੍ਰਿਵਿਧ ਮਨਸਾ। ਜੰਮਣ ਮਰਨਾ, ਜਮ ਕਾਲ, ਜੰਮਣਾ ਤੇ ਮਰਨਾ। ਪਹਿਲਾ ਅਰਥ ਤੇ ਇਹ ਹੈ ਵੀ ਨਾਮ ਜਪਣ ਵਾਲਿਆਂ ਦੇ ਸਿਰ ਤੇ ਜੰਮਣ ਮਰਨਾ ਨਹੀਂ ਰਹਿੰਦਾ। ਦੂਸਰਾ ਅਰਥ ਹੈ ਧਰਮ ਰਾਜਾ। ਤੁਸੀਂ ਬਾਣੀ ਵਿੱਚ ਪੜ੍ਹਦੇ ਹੋ, ਜਮਦਰ ਬੱਧੇ ਮਾਰਿਆ ਹੈ, ਕੂਕ ਨਾ ਸੁਣੈ ਪੁਕਾਰ। ਜਮ ਦਾ ਦਰ, ਧਰਮ ਰਾਜੇ ਦਾ ਦਰ।
ਤੀਸਰਾ ਜਮ ਦਾ ਅਰਥ ਹੈ ਧਰਮ ਰਾਜੇ ਦੇ ਘੱਲੇ ਹੋਏ ਕਰਿੰਦੇ, ਜਿਹੜੇ ਇਨਸਾਨ ਚੋਂ ਰੂਹ ਖਿੱਚ ਕੇ ਲੈ ਜਾਂਦੇ ਨੇ। ਕਾਲ, ਮੈਸੇਂਜਰ ਆਫ ਡੈਥ ਜਿਸ ਨੂੰ ਕਹਿੰਦੇ ਹੋ, ਉਹਦੇ ਬਾਰੇ ਬਾਣੀ ਕਹਿੰਦੀ ਹੈ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਦੂਤ ਪਕੜ ਕੇ ਲੈ ਜਾਂਦੇ ਨੇ, ਕਿਸੇ ਨੂੰ ਭੇਤ ਨਹੀਂ ਵੀ ਕਿੱਥੇ ਲੈ ਕੇ ਗਏ ਨੇ। The messenger of death seizes and holds the body। ਉਹ ਸੂਖਸ਼ਮ ਸਰੀਰ ਨੂੰ ਪਕੜ ਕੇ ਲੈ ਜਾਂਦੇ ਨੇ। ਸੋ ਜਮ ਦੇ ਬੜੇ ਅਰਥ ਨੇ, ਜੰਮਣ ਮਰਨਾ, ਧਰਮ ਰਾਜਾ ਜਾਂ ਪ੍ਰਤੱਖ ਜਿਹੜੇ ਜਮ ਲੈਣ ਆਉਂਦੇ ਨੇ। ਮਹਾਰਾਜ ਕਹਿੰਦੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਪਤਾ ਨਹੀਂ ਕਿੱਥੇ ਲੈ ਜਾਂਦੇ ਨੇ, ਪਰ ਜਿਹੜੇ ਨਾਮ ਜਪਣ ਵਾਲੇ ਨੇ ਨਾ, ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁੱਖ ਭਾਗ। ਹਰੀ ਦਾ ਨਾਮ ਜਪ, ਤੇਰੇ ਕੋਲੋਂ ਜਮ ਦੂਰ ਚਲੇ ਜਾਣਗੇ, ਜਾਂ ਤੈਨੂੰ ਮੌਤ ਦਾ ਭੈ ਨਹੀਂ ਰਵੇਗਾ। ਬਾਣੀ ਪੜ੍ਹਨ ਵਾਲੇ ਨੂੰ ਮੌਤ ਦਾ ਭੈ ਨਹੀਂ। ਸਿੱਖ ਜਗਤ ਵਿੱਚ ਲੱਖਾਂ ਕੁਰਬਾਨੀਆਂ ਨੇ। ਜੇ ਮੌਤ ਦਾ ਭੈ ਹੁੰਦਾ ਤੇ ਦੀਨ ਦੀ ਖਾਤਰ ਬਾਬਾ ਤਾਰੂ ਸਿੰਘ ਖੋਪੜ ਨਾ ਲਵਾਉਂਦਾ। ਮੌਤ ਦਾ ਭੈ ਹੁੰਦਾ ਭਾਈ ਮਨੀ ਸਿੰਘ ਬੰਦ ਨਾ ਕਟਵਾਉਂਦਾ। ਸੋ ਜਿਨ੍ਹਾਂ ਅੰਦਰ ਅਕਾਲ ਪੁਰਖ ਪ੍ਰਗਟ ਹੈ, ਉਹਨਾਂ ਨੂੰ ਮੌਤ ਦਾ, ਜੰਮਣ ਮਰਨ ਦਾ ਕੋਈ ਭੈ ਨਹੀਂ ਰਹਿੰਦਾ। ਜਮ ਉਹਨਾਂ ਤੋਂ ਡਰਦੇ ਨੇ। ਗੁਰਮੁਖ ਹਿਰਦੈ ਮੁਰਾਰੀ, ਜਿਨ੍ਹਾਂ ਗੁਰਮੁਖਾਂ ਅੰਦਰ ਮੁਰਾਰੀ ਪ੍ਰਗਟ ਹੈ। ਮੁਰਾਰ ਕੀ ਹੁੰਦਾ ਹੈ? ਮੁਰ ਦਾ ਮਤਲਬ ਹੈ ਘੇਰਾ ਪਾਉਣਾ, ਜਿਸ ਨੇ ਬ੍ਰਹਿਮੰਡ ਨੂੰ ਘੇਰਿਆ ਹੈ। ਹਿੰਦੂ ਵੀਰ ਮੁਰਾਰੀ ਕ੍ਰਿਸ਼ਨ ਜੀ ਨੂੰ ਕਹਿੰਦੇ ਨੇ। ਇੱਕ ਮੁਰ ਦੈਂਤ ਸੀ, ਕ੍ਰਿਸ਼ਨ ਜੀ ਨੇ ਉਸ ਨੂੰ ਮਾਰਿਆ। ਸਿੱਖ ਮੁਰਾਰੀ ਕਹਿੰਦੇ ਨੇ ਜੋ ਘੇਰਾ ਪਾ ਕੇ ਬੈਠਾ ਹੈ ਸੰਸਾਰ ਨੂੰ। ਕੌਣ ਹੈ ਮੁਰਾਰ? ਕੌਣ ਹੈ ਮੁਰਾਰੀ? ਕਿਹਦੇ ਪਾਸ ਬੇਨਤੀ ਕਰਦੇ ਨੇ ਵੀ ਕਿਰਪਾ ਕਰ? ਕਹਿੰਦੇ ਕਰਹੋ ਅਨੁਗ੍ਰਹਿ ਪਾਰ ਬ੍ਰਹਮ, ਹਰ ਕਿਰਪਾ ਧਾਰ ਮੁਰਾਰ। ਐ ਹਰੀ ਪਰਮੇਸ਼ਵਰ, ਸਾਰਿਆਂ 'ਚ ਵਸੇ ਹੋਏ ਅਕਾਲ ਪੁਰਖ, ਤੂੰ ਸਾਡਾ ਮੁਰਾਰ ਹੈ। ਸੋ ਜਿਨ੍ਹਾਂ ਅੰਦਰ ਅਕਾਲ ਪੁਰਖ ਪ੍ਰਗਟ ਹੈ, ਜਮ ਉਹਨਾਂ ਤੋਂ ਦੂਰ ਚਲੇ ਜਾਂਦੇ ਨੇ। ਇੱਥੇ ਨਾਮ ਨੂੰ ਅੰਦਰ ਵਸਾਉਣ ਦੀ ਗੱਲ ਹੈ। ਥੋੜ੍ਹਾ ਧਿਆਨ ਦਿਓ। ਇੱਕ ਫਲਸਫਾ ਹੈ ਸਿੱਖੀ ਵਿੱਚ, ਸਵਰਗ ਦੀ ਇੱਛਾ ਤੇ ਨਰਕ ਦਾ ਡਰ। ਇਹ ਦੋ ਪੱਖ ਨੇ ਜਿਸ ਕਾਰਨ ਲੋਕ ਆਪਣੇ ਮੁਰਸ਼ਦ ਦੀ ਇਬਾਦਤ ਕਰਦੇ ਨੇ, ਗੁਰੂ ਪੀਰ ਧਾਰਦੇ ਨੇ ਜਾਂ ਰੱਬ ਨੂੰ ਧਿਆਉਂਦੇ ਨੇ। ਸਿੱਖ ਨੂੰ ਨਾ ਸਵਰਗ ਦਾ ਲਾਲਚ ਹੈ, ਨਾ ਦੋਜ਼ਖ ਦੀ ਅੱਗ ਦਾ ਹੀ ਕੋਈ ਡਰ ਹੈ। ਉਹ ਇੱਕੇ ਤਰਜ਼ ਤੇ ਬੰਦਗੀ ਕਰਦਾ ਹੈ। ਉਹ ਤਰਜ਼ ਹੈ ਅਕਾਲ ਪੁਰਖ ਦੀ ਪ੍ਰਾਪਤੀ। ਉਹਨੂੰ ਇਹੀ ਇੱਕ ਲਾਲਚ ਹੈ। ਤੇ ਜਿਸ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋ ਗਈ, ਨਾ ਨਰਕਾਂ ਦਾ ਡਰ ਰਹਿਣਾ, ਨਾ ਸਵਰਗਾਂ ਦੇ ਲਾਲਚ, ਉਹ ਸੱਚਖੰਡ ਵਾਸ ਪਾਉਂਦਾ ਹੈ, ਉਹ ਅਮਰਾ ਪਦ ਪਾਉਂਦਾ ਹੈ। ਇਹ ਤਰਜ ਵੀ ਠੀਕ ਨਹੀਂ ਵੀ ਤੁਸੀਂ ਆਖੋ ਵੀ ਚਲੋ ਨਰਕ ਦਾ ਡਰ ਹੈ, ਰੱਬ ਨੂੰ ਜਪ ਲਈਏ। ਕੋਈ ਰੱਬ ਡਰਾਉਣ ਵਾਲੀ ਚੀਜ਼ ਨਹੀਂ ਹੈ। ਸਵਰਗ ਦਾ ਲਾਲਚ ਹੈ, ਰੱਬ ਨੂੰ ਜਪ ਲਈਏ। ਇਹ ਤਾਂ ਫਿਰ ਇੱਦਾਂ ਹੈ, ਨਰਕ ਤੋਂ ਤੇ ਉਹ ਬਚਾ ਲਵੇਗਾ, ਸਵਰਗਾਂ ਦਾ ਰਸ ਮਿਲ ਜਾਵੇਗਾ, ਪਰ ਰੱਬ ਅਸੀਂ ਮੰਗਿਆ ਹੀ ਨਹੀਂ, ਰੱਬ ਨੇ ਨਹੀਂ ਜੇ ਮਿਲਣਾ ਫਿਰ। ਤੇ ਗੁਰਮੁਖ ਰੱਬ ਨੂੰ ਹੀ ਮੰਗਦੇ ਨੇ। ਮੈਂ ਕਹਿ ਦਵਾਂ ਵੀ ਜਿੱਥੇ ਰਾਜਾ ਆਵੇ ਉੱਥੇ ਧਨ ਦੌਲਤਾਂ ਪਿੱਛੇ ਹੀ ਆਉਂਦੀਆਂ, ਖੁਸ਼ੀਆਂ ਖੇੜੇ। ਜਿਹੜੇ ਘਰ ਵਿੱਚ ਰਾਜੇ ਦਾ ਵਾਸ ਹੋਵੇ, ਅਸੀਂ ਰਾਜਾ ਮੰਗਣਾ ਹੈ, ਅਕਾਲ ਪੁਰਖ ਨੂੰ ਮੰਗਣਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਖੌਫੇ ਦੋਜ਼ਕ ਸੇ ਕਭੀ, ख्वाहिशे जन्नत से कभी, मुझको इस तर्ज ए इबादत पे हंसी आती है। गुरमुख विद्वान कहते हासा आउंदा, कदे नरक तो डर के रब नूं याद करदा है, कदे स्वर्गां दी इच्छा नाल तूं रब दी प्राप्ति लई उस नूं याद कर। सो गुरमुख सदा अकाल पुरख नूं प्रगट करन लई जाप करदे ने। उहदा फल की मिलदा है? अंतर वसै ना लगै जम पीर। जिन्हां दे अंदर फिर वो अकाल पुरख प्रगट हो जांदा है, उन्हां नूं मौत दा, दुखां दा कोई भै नहीं रहिंदा, उन्हां नूं जमां दी पीड़ नहीं लगदी। सो महाराज कहंदे ने, कहा करै बपुरा जम डर पै, गुरमुख हृदय मुरारी। जिन्हां अंदर अकाल पुरख प्रगट हो गया, उन्हां तो मौत भी डरदी है, ਉਹਨਾਂ ਨੂੰ ਮੌਤ ਦਾ ਭੈ ਨਹੀਂ ਰਹਿੰਦਾ।
ਜਲ ਜਾਓ ਜੀਵਨ ਨਾਮ ਬਿਨਾ। ਹੁਣ ਜਿਨ੍ਹਾਂ ਅੰਦਰ ਤੇ ਪ੍ਰਗਟ ਹੈ ਉਹਨਾਂ ਤੋਂ ਵਾਰੇ ਜਾਈਏ, ਤੇ ਜਿਨ੍ਹਾਂ ਦੇ ਅੰਦਰ ਨਾਮ ਦਾ ਕਿਣਕਾ ਨਹੀਂ, ਜਿਹੜੇ ਨਾਮ ਜਪਦੇ ਨਹੀਂ, ਪਹਿਲਾ ਅਰਥ ਤਾਂ ਇਹ ਹੈ ਵੀ ਐਸਾ ਜੀਵਨ ਜਲ ਜਾਣਾ ਚਾਹੀਦਾ ਹੈ, ਵੀ ਇਹ ਵਿਅਰਥ ਹੈ, ਇਹ ਜ਼ਿੰਦਗੀ ਵਿਅਰਥ ਹੈ। ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਇਹ ਜਿਹੜਾ ਮਨੁੱਖਾ ਜੀਵਨ ਹੈ ਨਾ, ਇਹ ਸੜ ਜਾਵੇ ਤਾਂ ਕਿਸੇ ਕੰਮ ਹੀ ਨਹੀਂ, ਕਿਉਂਕਿ ਜਿਸ ਕਰਮ ਲਈ ਮਿਲਿਆ ਹੈ ਉਹ ਅਸੀਂ ਕਰਮ ਕਰਦੇ ਨਹੀਂ। ਦੂਸਰਾ ਅਰਥ ਇਹ ਹੈ ਵੀ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾਮ ਨਹੀਂ, ਜਿਨ੍ਹਾਂ ਦੀ ਜ਼ੁਬਾਨ ਉੱਤੇ ਹਿਰਦੇ ਵਿੱਚ ਨਾਮ ਨਹੀਂ, ਜਲ ਜਾਓ ਜੀਵਨ ਨਾਮ ਬਿਨਾ, ਉਹਨਾਂ ਦਾ ਜੀਵਨ ਵਿਕਾਰਾਂ ਦੀ ਅੱਗ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਵਿੱਚ, ਈਰਖਾ ਵਿੱਚ, ਆਸਾ ਮਨਸਾ ਦੇ ਵਿੱਚ ਸੜਦਾ ਰਹਿੰਦਾ ਹੈ। ਕਿੱਦਾਂ ਸੜਦਾ ਹੈ? ਬਾਣੀ ਕਹਿੰਦੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਅਰਜਾਰੀ ਤੋਂ ਭਾਵ ਹੈ ਅਰਬਲਾ, ਉਮਰ। ਸੱਪ ਦੇ ਅੰਦਰ ਨਾ ਜ਼ਹਿਰ ਬਣਦਾ ਹੈ, ਤੇ ਉਹ ਜਿਹੜਾ ਜ਼ਹਿਰ ਹੈ ਉਸ ਨੂੰ ਤਪਾ ਕੇ ਰੱਖਦਾ ਹੈ। ਕਦੇ ਵੀ ਵੇਖੋ, ਜਦੋਂ ਥੋੜ੍ਹੀ ਠੰਡਕ ਹੋਵੇ, ਸ਼ਾਮਾਂ ਪੈਣ ਤੇ ਸੱਪ ਬਾਹਰ ਨਿਕਲ ਆਉਂਦੇ ਨੇ ਖੁੱਡਾਂ ਖੱਡਾਂ ਚੋਂ, ਕੁਰਨਿਆਂ ਚੋਂ ਬਾਹਰ ਆ ਜਾਂਦੇ ਨੇ, ਰਾਹ 'ਤੇ ਆ ਜਾਂਦੇ ਨੇ। ਉਹਨਾਂ ਦੇ ਅੰਦਰ ਤਪਸ਼ ਬੜੀ ਹੈ, ਜ਼ਹਿਰ ਦੀ ਗਰਮੀ ਬੜੀ ਹੈ। ਜਿੱਦਾਂ ਸਰਪ ਜੀਵਨ ਕਾਲ ਹੀ ਸੜਦਾ ਬਲਦਾ ਰਹਿੰਦਾ ਜ਼ਹਿਰ ਦੇ ਵਿੱਚ, ਨਾਮ ਤੋਂ ਵਿਹੂਣੇ ਇਨਸਾਨ, ਵਿਦਾਊਟ ਮੈਡੀਟੇਟਿੰਗ ਇਨ ਰਿਮੈਂਬਰਿੰਗ ਦਾ ਲੋਰਡ, ਰੱਬ ਦੀ ਯਾਦ ਤੋਂ ਹੀਣੇ ਬੰਦੇ ਉਹਨਾਂ ਸੱਪਾਂ ਵਾਂਗੂ ਤੜਫਦੇ ਨੇ। ਸੱਪਾਂ ਵਾਂਗੂ ਉਹਨਾਂ ਦੇ ਅੰਤਰ ਚਿੰਤਾਵਾਂ ਨੇ, ਸੋਗ ਨੇ, ਦੁੱਖ ਨੇ, ਕਲੇਸ਼ ਨੇ, ਈਰਖਾ ਹੈ। ਉਹ ਐਸੀ ਵਿਕਾਰਾਂ ਦੀ ਅੱਗ ਵਿੱਚ ਤਪਦੇ ਰਹਿੰਦੇ ਨੇ। ਸੋ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਐਸਾ ਹੈ। ਬਾਬਾ ਫਰੀਦ ਜੀ ਨੇ ਬੜਾ ਸੁੰਦਰ ਕਿਹਾ, ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹੈ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਐ ਸਾਹਿਬ ਅਕਾਲ ਪੁਰਖ ਵੇਖ ਮੇਰੇ ਵੱਲ, ਮੇਰੇ ਕੋਲ ਤੇਰਾ ਨਾਮ ਨਹੀਂ ਹੈ, ਤੇ ਮੇਰੇ ਦਿਨ ਰਾਤ ਅੰਦਰ ਐਸੀ ਹਾਲਤ ਹੈ, ਤੇਰੀ ਚਿੰਤਾ, ਤੇਰੀ ਯਾਦ, ਤੇਰੀ ਕੀਰਤੀ ਤੋਂ ਬਿਨਾਂ ਮੇਰੇ ਜੀਵਨ ਅੰਦਰ ਡਿਪਰੈਸ਼ਨ ਹੈ, ਚਿੰਤਾਵਾਂ ਨੇ। ਔਰ ਇੰਨੀਆਂ ਚਿੰਤਾਵਾਂ ਨੇ, ਫਰੀਦਾ ਚਿੰਤ ਖਟੋਲਾ, ਖਟੋਲਾ ਕਿਹਾ ਹੈ ਮੰਜੀ ਨੂੰ, ਇਉਂ ਜਾਪਦਾ ਹੈ ਜਿਵੇਂ ਚਿੰਤਾ ਦੀ ਮੰਜੀ ਤੇ ਹੀ ਪਿਆ ਰਹਿੰਦਾ ਹਾਂ, ਦਿਨ ਰਾਤ ਚਿੰਤਾ। ਵਾਣ ਦੁੱਖ, ਉਹ ਮੰਜੀ ਉਣੀ ਦੀ ਹੈ ਨਾ ਵਾਣ ਨਾਲ, ਦੁੱਖ ਮੇਰੇ ਵਾਣ ਬਣੇ ਹੋਏ ਨੇ। ਬਿਰਹੈ ਵਿਛਾਵਣ ਲੇਫ, ਤੇ ਜਿਹੜੀ ਬਿਰਹਾ ਹੈ, ਤੇਰੇ ਨਾਮ ਦਾ ਜਿਹੜਾ ਵਿਛੋੜਾ ਹੈ, ਤੇਥੋਂ ਜਿਹੜਾ ਵਿਛੋੜਾ ਪਿਆ ਹੈ, ਉਹ ਤਲਾਈ ਹੈ, ਵਿਛਾਉਣੇ ਨੇ, ਉਹ ਰਜਾਈ ਹੈ। ਇੱਦਾਂ ਦਾ ਜੀਵਨ ਹੈ ਸਾਡਾ, ਜਿਨ੍ਹਾਂ ਦੇ ਕੋਲ ਨਾਮ ਨਹੀਂ ਹੈ, ਭਾਵ ਚਿੰਤਾ ਦੀ ਮੰਜੀ 'ਤੇ ਹੀ ਪਏ ਰਹਿ ਜਾਂਦੇ ਨੇ, ਇੱਦਾਂ ਹੀ ਮੁੱਕ ਜਾਂਦੇ ਨੇ। ਸੋ ਉਹਨਾਂ ਦਾ ਜੀਵਨ ਸੱਪ ਦੀ ਨਿਆਈ ਜ਼ਹਿਰੀਲਾ ਹੈ, ਚਿੰਤਾਵਾਂ ਵਿੱਚ ਜਲਦਾ ਬਲਦਾ ਹੈ। ਜਿਨ੍ਹਾਂ ਦੇ ਕੋਲ ਨਾਮ ਨਹੀਂ, ਤੇ ਜਿਨ੍ਹਾਂ ਕੋਲ ਨਾਮ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨਾਲੋਂ ਵੱਡੀ ਉਦਾਹਰਣ ਕਿਹੜੀ ਹੈ? ਉਹ ਜਲਦੀ ਬਲਦੀ ਤਵੀ 'ਤੇ ਬੈਠੇ ਵੀ ਸੀਤ ਠੰਡੇ ਨੇ। ਉਹਨਾਂ ਦਾ ਹੋਕਾ ਹੀ ਕੁਝ ਵੱਖਰਾ ਹੈ। ਚਿੰਤਾਵਾਂ ਦੇ ਵਿੱਚ, ਰੋਗਾਂ ਸੋਗਾਂ ਦੇ ਵਿੱਚ ਲੋਕ ਡਿੱਗਦੇ ਨੇ, ਢਹਿੰਦੇ ਨੇ, ਪਰ ਬਾਪੂ ਦਾ ਹੋਕਾ ਤੱਤੀ ਤਵੀ 'ਤੇ ਵੱਖਰਾ ਹੈ। ਉਹ ਮਿੱਠਾ ਭਾਣਾ ਕਹਿ ਰਹੇ ਨੇ, ਉਹ ਇਸ ਕਰਨੀ ਨੂੰ ਮਿੱਠਾ ਕਹਿ ਰਹੇ ਨੇ ਗੁਰੂ ਪਾਤਸ਼ਾਹ ਦੀ ਨੂੰ। ਤੇਰਾ ਕੀਆ ਮੀਠਾ ਲੱਗੈ, ਉਹਨਾਂ ਦਾ ਨਾਰਾ ਐਸਾ ਹੈ। ਖੈਰ, ਮਹਾਰਾਜ ਗੁਰੂ ਨਾਨਕ ਸਾਹਿਬ ਅੱਗੇ ਫੁਰਮਾਨ ਕਰਦੇ ਨੇ, ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੈ ਸਾਧ ਮਨਾ। ਨਾਮ ਕੇਵਲ ਹਰਿਆਂ ਭਰਿਆਂ ਕਰਨ ਵਾਲੇ ਹਰੀ ਪਰਮਾਤਮਾ ਦਾ ਜਪਣਾ ਹੈ। ਤੇ ਜਪਣਾ ਕਿਸ ਤਰ੍ਹਾਂ ਹੈ? ਹਰ ਜਪ ਜਾਪ ਜਪੋ ਜਪ ਮਾਲੀ।
ਕਹਿੰਦੇ ਜੇ ਜਪਮਾਲੀ ਹੈ ਨਾ, ਤੇਰੇ ਕੋਲ ਮਾਲਾ ਹੈ, ਤੇ ਮਾਲਾ ਵਿਖਾਵੇ ਮਾਤਰ ਨਹੀਂ ਰੱਖਣੀ। ਕੀ ਕਰਨਾ ਹੈ? ਹਰ ਜਪ ਜਾਪ ਜਪੋ ਜਪਮਾਲੀ। ਕਈ ਮੇਰੇ ਵੀਰ ਮਾਲਾ ਪਿੱਛੇ ਹੀ ਪਏ ਰਹਿੰਦੇ ਵੀ ਇਹ ਪਖੰਡ ਹੈ। ਦਿਖਾਵੇ ਦਾ ਕੋਈ ਵੀ ਕਰਮ ਧਰਮ ਪਖੰਡ ਹੁੰਦਾ ਹੈ, ਪਰ ਮਨਮੁਖਾਂ ਨੂੰ ਜਿਹੜੇ ਤਰਕ ਕੁਤਰਕ ਕਰਦੇ ਵੀ ਮਾਲਾ ਪਖੰਡ ਹੈ, ਉਹਨਾਂ ਨੂੰ ਮਾਲਾ 100 ਗੁਣਾ ਚੰਗੀ ਹੈ। ਕਮ ਸੇ ਕਮ ਹੱਥ ਵਿੱਚ ਹੈ, ਯਾਦ ਤੇ ਆਉਂਦੀ ਹੈ ਨਾ ਵੀ ਕਾਹਦੇ ਲਈ ਫੜੀ ਹੈ, ਰੱਬ ਦੇ ਗੀਤ ਗਾਉਣ ਲਈ। ਤੇ ਮਨਮੁਖ ਨੇ ਤੁਹਾਡੇ 2 ਘੰਟੇ ਖਰਾਬ ਕਰ ਦੇਣੇ। ਮਾਲਾ ਚਾਹੀਦੀ ਹੈ, ਨਹੀਂ ਚਾਹੀਦੀ ਹੈ, ਬੈਸਮ ਬੈਸੇ 'ਚ ਪੈ ਕੇ। ਮਹਾਰਾਜ ਕਹਿੰਦੇ ਹਰ ਜਪ ਜਾਪ ਜਪੋ ਜਪਮਾਲੀ। ਹਰੀ ਦੇ ਜਾਪ ਨੂੰ ਜਪ, ਜਪਮਾਲੀ ਦੇ ਨਾਲ, ਮਾਲਾ ਦੇ ਨਾਲ ਜਪ, ਤਾਂ ਹੀ ਸਾਰੇ ਧਰਮਾਂ ਕੋਲ ਮਾਲਾ ਹੈ। ਚਾਹੇ ਹਿੰਦੂਇਜ਼ਮ ਹੈ, ਚਾਹੇ ਇਸਲਾਮ ਹੈ, ਚਾਹੇ ਈਸਾਈ ਨੇ, ਸਾਰੇ ਮਾਲਾ ਫੇਰਦੇ ਨੇ। ਸੋ ਕਹਿੰਦੇ ਨੇ ਗੁਰਮੁਖ ਆਵੈ ਸਾਧ ਮਨਾ। ਜਦੋਂ ਰੱਬ ਦੇ ਨਾਮ ਦੀ ਮਾਲਾ ਫੇਰਦੇ ਆ ਨਾ, ਤੇ ਗੁਰਮੁਖਾਂ ਨੂੰ ਸਾਧ ਆਉਂਦਾ ਹੈ, ਮਨ ਨੂੰ ਸਵਾਦ ਆਉਂਦਾ ਹੈ। ਗੁਰਮਤਿ ਨਾਮ ਧਿਆਈਐ ਹਰ ਹਰ, ਮਨ ਜਪੀਐ ਹਰ ਜਪ ਮਾਲਾ। ਜਿੱਥੇ ਮਨ ਦੀ ਗੱਲ ਆਵੇ ਨਾ, ਉੱਥੇ ਜਪ ਮਾਲਾ ਜਪ ਮਾਲੀ। ਇਹਦਾ ਅਰਥ ਬਣ ਜਾਂਦਾ ਹੈ ਮਨ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਹੀ ਮਾਲਾ ਬਣਾ ਲਾ। ਬਾਹਰੀ ਮਾਲਾ ਦੀ ਵੀ ਲੋੜ ਮੁੱਕ ਗਈ। ਜਿਵੇਂ ਬੱਚੇ ਨੂੰ ਵਰਾਉਣ ਲਈ ਕੁਝ ਸਮੇਂ ਲਈ ਖਿਡਾਉਣਾ ਚਾਹੀਦਾ ਹੈ ਨਾ, ਤੇ ਜਦੋਂ ਬੱਚਾ ਖੇਡੇ ਲੱਗ ਜਾਵੇ, ਖਿਡਾਉਣਾ ਨਾ ਵੀ ਰਵੇ ਤੇ ਉਹ ਖੇੜੇ ਵਿੱਚ ਹੈ। ਮਾਲਾ ਸ਼ੁਰੂਆਤ ਹੈ। ਹੁਣ ਮਹਾਰਾਜ ਕਹਿੰਦੇ ਕਈਆਂ ਕੋਲ ਐਸੀ ਅਵਸਥਾ ਹੈ, ਮਾਲਾ ਫੇਰਦੇ ਫੇਰਦੇ ਇੱਥੋਂ ਤਾਈਂ ਪਹੁੰਚ ਗਏ, ਉਹਨਾਂ ਦੇ ਹਰ ਸਾਹ ਦੇ ਵਿੱਚ ਰੱਬ ਦਾ ਨਾਮ ਹੈ, ਔਰ ਸਾਹ ਦੇ ਧਾਗੇ ਵਿੱਚ ਰੱਬ ਦੇ ਨਾਮ ਦੇ ਮੋਤੀ ਸਦੀਵੀ ਪਰੋਏ ਜਾਂਦੇ ਨੇ। ਉਹਨਾਂ ਲਈ ਨਾਮ ਮੋਤੀ ਬਣ ਗਿਆ, ਸਵਾਸ ਧਾਗਾ ਬਣ ਗਏ, ਇਉਂ ਨਾਮ ਦੀ ਮਾਲਾ ਬਣ ਗਈ। ਤੇ ਜਿੱਥੇ ਬਾਹਰ ਮੁਖੀ ਬਾਤ ਹੈ, ਬਾਹਰ ਮੁਖੀ ਹੈ ਜਪ। ਜਪ ਜ਼ੁਬਾਨ ਨਾਲ ਹੁੰਦਾ ਹੈ, ਧਿਆਉਣਾ ਮਨ ਨਾਲ ਹੁੰਦਾ ਹੈ, ਯਾਦ ਮਨ ਵਿੱਚ ਹੁੰਦੀ ਹੈ। ਜੇ ਜਪਮਾਲੀ ਦੀ ਗੱਲ ਤੇ ਮਨ ਦੀ ਗੱਲ ਆਵੇ, ਫਿਰ ਇੱਥੇ ਭਾਵ ਆਵੇਗਾ ਮਨ ਨਾਲ ਧਿਆਉਣਾ, ਚਿੰਤਨ ਕਰਨਾ, ਯਾਦ ਕਰਨਾ। ਜੇ ਆ ਰਿਹਾ ਹੈ ਹਰ ਜਪ ਜਾਪ ਜਪੋ ਜਪਮਾਲੀ, ਗੁਰਮੁਖ ਆਵੈ ਸਾਧ ਮਨਾ। ਇੱਥੇ ਬਾਹਰ ਮੁਖੀ ਗੱਲ ਹੈ, ਮਾਲਾ ਬਾਹਰ ਹੈ, ਜਪਣਾ ਜ਼ੁਬਾਨ ਨਾਲ ਹੁੰਦਾ ਹੈ। ਜ਼ੁਬਾਨ ਦਾ ਕਰਮ ਜਪਣਾ ਹੈ, ਮਨ ਦਾ ਕਰਮ ਚਿੰਤਨ ਕਰਨਾ ਹੈ। ਮਹਾਰਾਜ ਕਹਿੰਦੇ ਮਾਲਾ ਦੇ ਨਾਲ ਉਸ ਦਾ ਨਾਮ ਜਪੋ। ਕੀ ਹੋਵੇਗਾ? ਸਾਧ ਰਸ ਆਵੇਗਾ, ਰਸ। ਔਰ ਉਹ ਐਸਾ ਰਸ ਹੈ ਨਾ, ਮਹਾਰਾਜ ਕਹਿੰਦੇ ਅਵਰ ਸਾਧ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਮਿਸ਼ਰੀ ਖੰਡ ਜੋ ਮਰਜ਼ੀ ਖਾ ਲਓ, ਮਿੱਠੇ ਪਦਾਰਥ ਖਾ ਲਵੋ, ਜਿੰਨਾ ਸਵਾਦ ਆਨੰਦ ਨਾਮ ਦਾ ਹੈ, ਗੁਰਮੁਖ ਕਹਿੰਦੇ ਨੇ ਇੰਨਾ ਸਵਾਦ ਕਿਸੇ ਵੀ ਪਦਾਰਥ ਦਾ ਨਹੀਂ। ਸੋ ਗੁਰਮੁਖਾਂ ਨੂੰ ਨਾਮ ਦਾ ਰਸ ਆ ਜਾਂਦਾ ਹੈ, ਨਾਮ ਦਾ ਸਵਾਦ ਆ ਜਾਂਦਾ ਹੈ। ਸੋ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਬਿਆਨ ਕਰਦੇ ਨੇ, ਰਹਾਓ ਗੁਰ ਉਪਦੇਸ ਸਾਚ ਸੁਖ ਜਾਕੋ, ਕਿਆ ਤਿਸ ਉਪਮਾ ਕਹੀਐ। ਵਿਸ਼ਰਾਮ ਦੇ ਕੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਕਹਿੰਦੇ ਦੇਖੋ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਿਹੜਾ ਮਾਲਾ ਦਾ ਫੇਰਨਾ, ਸਿਮਰਨ ਕਰਨਾ, ਅਭਿਆਸ ਕਰਨਾ, ਬਾਣੀ ਪੜ੍ਹਨੀ ਹੈ ਨਾ, ਇਹਦੀ ਸ਼ੁਰੂਆਤ ਗੁਰੂ ਪਾਸੋਂ ਉਪਦੇਸ਼ ਲੈ ਕੇ ਕਰ। ਹੁਣ ਤੁਸੀਂ ਘਰ ਬੈਠੇ ਕਿਤਾਬਾਂ ਪੜ੍ਹੀ ਜਾਓ, ਤੇ ਜੇ ਆਖੋ ਵੀ ਤੁਹਾਡਾ ਕਾਕਾ BA ਕਰ ਗਿਆ, ਨਹੀਂ, ਐਡਮਿਸ਼ਨ ਲੈਣੀ ਪੈਣੀ ਹੈ, ਕਿਸੇ ਕਾਲਜ ਵਿੱਚ ਤੇ ਜਾਣਾ ਹੀ ਪਵੇਗਾ ਨਾ। ਘਰ ਕਿਤਾਬਾਂ ਪੜ੍ਹੀਆਂ ਤੇ ਕਾਰੇ ਨਹੀਂ ਨਾ ਆਉਣੀਆਂ। ਸੋ ਨਾਮ ਜਿਹੜਾ ਜਪਣਾ ਹੈ, ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰ ਉਪਦੇਸ਼, ਗੁਰੂ ਪਾਸੋਂ ਉਪਦੇਸ਼ ਹਾਸਲ ਕਰੋ, ਸਾਚ ਸੁਖ ਜਾਕੋ। ਤੇ ਜਿਸ ਨੇ ਗੁਰੂ ਦਾ ਉਪਦੇਸ਼ ਲੈ ਕੇ ਨਾਮ ਜਪਣਾ ਕੀਤਾ ਹੈ, ਕਿਆ ਤਿਸ ਉਪਮਾ ਕਹੀਐ। ਗੁਰੂ ਦਾ ਸੱਚਾ ਉਪਦੇਸ਼ ਲੈ ਕੇ
ਉਸ ਨੂੰ ਪ੍ਰਾਪਤ ਕੀ ਹੋਇਆ? ਸਾਚ ਸੁਖ। ਸੱਚੇ ਨਾਮ ਨੇ ਸੱਚਾ ਸੁਖ ਦਿੱਤਾ, ਭਾਵ ਅੰਦਰ ਦਾ ਸੁਖ। ਬਾਹਰੀ ਸੁਖ ਨੂੰ ਸੱਚਾ ਨਹੀਂ ਕਿਹਾ ਮਹਾਰਾਜ ਨੇ। ਕਿਉਂ ਸੱਚਾ ਨਹੀਂ ਕਿਹਾ? ਵੇਖੋ ਮਾਇਆ ਵੀ ਮੁੱਕ ਜਾਂਦੀ ਹੈ, ਜਿਨ੍ਹਾਂ ਰਿਸ਼ਤਿਆਂ ਕਰਕੇ ਜੀਵਨ ਵਿੱਚ ਸੁੱਖ ਹੈ ਉਹ ਵੀ ਸਾਥ ਛੱਡ ਜਾਂਦੇ ਨੇ, ਟੁੱਟ ਜਾਂਦੇ ਨੇ। ਦੌਲਤਾਂ ਸ਼ੋਹਰਤਾਂ ਤਖਤੋ ਤਾਜ ਸਦੀਵੀ ਨਹੀਂ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ। ਇਹ ਸੁੱਖ ਸਦੀਵੀ ਨਹੀਂ ਜੋ ਬਾਹਰ ਨੇ। ਅੱਜ ਕੋਈ ਬਾਦਸ਼ਾਹ ਹੈ, ਕੱਲ੍ਹ ਦਾ ਭਿਖਾਰੀ ਹੈ, ਕੱਲ੍ਹ ਦਾ ਭਿਖਾਰੀ ਕੋਈ ਅੱਜ ਦਾ ਬਾਦਸ਼ਾਹ ਹੋ ਸਕਦਾ ਹੈ। ਇੱਥੇ ਸੱਚਾ ਸੁੱਖ ਕਿਹਾ ਹੈ ਆਤਮਕ ਆਨੰਦ ਨੂੰ, ਅੰਦਰ ਦੇ ਸੁੱਖ ਨੂੰ। ਮਹਾਰਾਜ ਕਹਿੰਦੇ ਨੇ ਗੁਰ ਉਪਦੇਸ਼ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ। ਉਹ ਜਿਹੜੇ ਸੱਚੇ ਸੁੱਖ ਨੂੰ ਮਾਨਣ ਵਾਲੇ ਗੁਰਮੁਖ ਨੇ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ। ਇੱਕ ਜ਼ੁਬਾਨ ਉਹਨਾਂ ਦੀ ਉਪਮਾ ਨਹੀਂ ਕਰ ਸਕਦੀ। ਉਪ ਦਾ ਮਤਲਬ ਕੀ ਹੈ? ਤੁਲ। ਉਹਨਾਂ ਦੇ ਸਮਾਨ ਕੰਪੈਰੇਟਿਵਲੀ ਉਦਾਹਰਨ ਨਹੀਂ ਦਿੱਤੀ ਜਾ ਸਕਦੀ ਦੁਨੀਆ ਵਿੱਚੋਂ ਵੀ। ਉਹ ਜਿੰਨਾ ਸੁੱਖ ਉਸ ਫਲਾਣੇ ਬੰਦੇ ਨੂੰ ਦੁਨਿਆਵੀ ਪਦਾਰਥਾਂ 'ਚੋਂ ਹੈ, ਉਹਨਾਂ ਸੁੱਖ ਨਾਮ ਜਪਣ ਵਾਲੇ ਗੁਰਮੁਖ ਨੂੰ ਹੈ। ਕਹਿੰਦੇ ਉਦਾਹਰਣ ਨਹੀਂ ਦਿੱਤੀ ਜਾ ਸਕਦੀ। ਉਹਨਾਂ ਦੀ ਉਪਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਿਆਨ ਕਰਨਾ ਉਹਨਾਂ ਦੀ ਉਪਮਾ ਨੂੰ ਪਾਤਸ਼ਾਹ ਕਹਿੰਦੇ ਨੇ ਕਠਨ ਹੈ। ਸੋ ਅੱਗੇ ਮਹਾਰਾਜ ਕਹਿੰਦੇ ਨੇ, ਗੁਰੂ ਪਾਤਸ਼ਾਹ ਫੁਰਮਾਨ ਕਰਦੇ ਨੇ, ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀਐ। ਗੁਰਮੁਖਾਂ ਨੇ ਨਾਮ ਦੀ ਖਾਈ ਚੋਂ ਹੀ ਸਤ ਸੰਤੋਖ ਦਇਆ ਧਰਮ ਰੂਪੀ ਹੀਰੇ ਲਾਲ ਜਵਾਹਰ ਪ੍ਰਗਟ ਕਰ ਲਏ, ਚੰਗੇ ਗੁਣ ਪ੍ਰਗਟ ਕਰ ਲਏ। ਔਰ ਜਿਨ੍ਹਾਂ ਕੋਲ ਚੰਗੇ ਗੁਣ ਨੇ ਨਾ, ਜਿਹੜੇ ਸਤਪੁਰਸ਼ ਨੇ, ਮਹਾਂਪੁਰਸ਼ ਨੇ, ਆਪਾਂ ਕਈ ਵਾਰ ਕਹਿ ਦਿੰਦੇ ਨਾ ਗੁਰਬਾਣੀ ਦੀ ਇੱਕ ਪੰਕਤੀ ਪੜ੍ਹ ਕੇ, ਜਨ ਕੀ ਉਪਮਾ ਤੁਝ ਹੈ ਵਡਈਆ। ਸੰਤਾਂ ਦੀ ਵਡਿਆਈ ਇਸ ਲਈ ਨਹੀਂ ਹੋ ਸਕਦੀ ਕਿਉਂਕਿ ਤੇਰਾ ਰੂਪ ਨੇ। ਜਿੰਨੀ ਤੇਰੀ ਵਡਿਆਈ ਹੈ, ਜਿੰਨੀ ਸਮੁੰਦਰ ਦੀ ਵਡਿਆਈ, ਓਨੀ ਹੀ ਨਦੀ ਦੀ ਵਡਿਆਈ ਹੈ, ਜਿਹੜੀ ਨਦੀ ਸਮੁੰਦਰ ਵਿੱਚ ਅਭੇਦ ਹੋ ਗਈ। ਉਹ ਵਡਿਆਈ ਕਿਉਂ ਹੈ? ਕਹਿੰਦੇ ਹਰ 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 ਜਨ ਊਤਮ ਕਿਆ ਉਪਮਾ ਤਿਨ ਦੀਜੈ। ਉਹ ਉੱਤਮ ਹੋ ਗਏ। ਕਿਉਂ ਉੱਤਮ ਹੋਏ? ਉਹਨਾਂ ਕੋਲ ਗੁਣ ਉੱਤਮ ਨੇ। ਸਾਡੇ ਕੋਲ ਤੇ ਔਗਣ ਹੀ ਔਗਣ ਨੇ। ਅਸੀਂ ਵਿਕਾਰਾਂ ਵਿੱਚ, ਦਵੈਖ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਖਪੇ ਹੋਏ ਆ, ਮੁੱਕੇ ਹੋਏ ਆ। ਗੁਰਮੁਖਾਂ ਕੋਲ ਸੱਤ ਹੈ, ਸੱਚ ਬੋਲਦੇ ਨੇ, ਸੰਤੋਖੀ ਨੇ, ਖਿਮਾ ਦਾ ਸੁਭਾਅ ਹੈ, ਧਰਮੀ ਨੇ। ਉਹ ਇਹ ਕੀ ਹੈ? ਸਭ ਕੁਝ ਇਹਨਾਂ ਨੂੰ ਕਿਹਾ ਹੈ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਹੀਐ। ਲਾਲ ਫਾਰਸੀ ਦਾ ਲਫ਼ਜ਼ ਹੈ। ਲਾਲ ਦਾ ਭਾਵ ਹੈ ਇੱਕ ਪ੍ਰਕਾਰ ਦਾ ਮਾਣਕ ਜੋ ਬੜਾ ਮਹਿੰਗਾ ਹੈ। ਜਵਾਹਰ, ਜਿਹੜਾ ਜੌਹਰ ਲਫ਼ਜ਼ ਹੈ ਨਾ, ਜੌਹਰ ਫਾਰਸੀ ਵਿੱਚ ਜੌਹਰ ਦਾ ਭਾਵ ਹੁੰਦਾ ਹੈ ਗੌਹਰ, ਮੋਤੀ। ਤੇ ਜਵਾਹਰ ਜਿਹੜਾ ਲਫ਼ਜ਼ ਹੈ ਉਹ ਜੌਹਰ ਦਾ ਬਹੁ ਵਚਨ ਹੈ। ਇਹ ਜਵਾਹਰ, ਜੌਹਰ, ਇਹ ਸਾਰੇ ਫਾਰਸੀ ਦੇ ਹੀ ਲਫ਼ਜ਼ ਨੇ। ਗੁਰੂ ਨਾਨਕ ਪਾਤਸ਼ਾਹ ਸਭ ਭਾਸ਼ਾਵਾਂ ਦੇ ਗਿਆਤਾ ਨੇ, ਮਾਲਕ ਨੇ। ਅੱਗੇ ਆ ਰਤਨ, ਅਮੋਲਕ ਪੱਥਰ ਨੂੰ ਰਤਨ ਕਹਿ ਲੈਂਦੇ। ਇਹ ਸਭ ਕਿਸਮਾਂ ਮਹਿੰਗੇ ਪੱਥਰ ਦੀਆਂ ਨੇ। ਪਦਾਰਥ ਦਾ ਭਾਵ ਹੈ ਕੀਮਤੀ ਵਸਤੂ। ਹੁਣ ਚਾਰ ਪਦਾਰਥ ਬੜੇ ਪ੍ਰਚਲਿਤ ਨੇ, ਮਸ਼ਹੂਰ ਨੇ, ਧਰਮ ਅਰਥ ਕਾਮ ਮੋਖ। ਧਰਮ ਦੀ ਪ੍ਰਾਪਤੀ, ਔਰ ਯਾਦ ਰੱਖਿਓ ਹਰ ਕਾਮਨਾ ਦੀ ਪੂਰਤੀ, ਮੋਕਸ਼ ਦੀ ਪ੍ਰਾਪਤੀ, ਨਿਜਾਤ ਹਾਸਲ ਕਰ ਲੈਣਾ। ਸੋ ਇਹ ਜਿੰਨੇ ਵੀ ਉੱਤਮ ਪਦਾਰਥ ਨੇ, ਉੱਤਮ ਗੁਣ ਨੇ। ਜਿਵੇਂ ਬਾਣੀ ਕਹਿੰਦੀ ਹੈ ਰਤਨ ਜਵੇਹਰ ਮਾਣਕਾ ਅੰਮ੍ਰਿਤ ਹਰ ਕਾ ਨਾਓ। ਜਿਹੜਾ ਹਰੀ ਦੇ ਨਾਮ ਨੂੰ ਜਪੇਗਾ ਐਸੇ ਲਾਲ ਜਵੇਹਰ ਉਹ ਹਾਸਲ ਕਰਦਾ ਹੈ। ਲਾਲ ਜਵੇਹਰ ਭਰੇ ਭੰਡਾਰ ਤੋਟ ਨ ਆਵੈ ਜਪ ਨਿਰੰਕਾਰ। ਤੇ ਪ੍ਰਤੱਖ ਬਾਹਰੀ ਤੌਰ ਤੇ ਹੀਰੇ ਜਵਾਹਰਾਤ, ਉਹ ਕਮੀ ਨਹੀਂ ਆਵੇਗੀ ਤੇਰੇ ਕੋਲ ਜੇ ਤੇਰੇ ਕੋਲ ਜਾਪ ਹੈ ਨਿਰੰਕਾਰ ਦਾ। ਤੇ
ਨਾ ਸ਼ੁਭ ਗੁਣਾ ਦੀ ਕਮੀ ਜੋ ਅੰਦਰ ਨੇ ਰਤਨ ਜਵੇਹਰ ਸਤ ਸੰਤੋਖ ਦਇਆ ਧਰਮ, ਤੇ ਨਾ ਬਾਹਰ ਜਾਇਦਾਦ ਦੀ ਕੋਈ ਕਮੀ ਆਵੇਗੀ। ਜਿਹਦੇ ਕੋਲ ਨਾਮ ਹੈ, ਅੱਗੇ ਮਹਾਰਾਜ ਕਹਿੰਦੇ ਨੇ, ਚੀਨੈ ਗਿਆਨ ਧਿਆਨ ਧਨ ਸਾਚੋ, ਏਕ ਸ਼ਬਦ ਲਿਵ ਲਾਵੈ। ਚੀਨੇ ਤੋਂ ਭਾਵ ਹੈ ਚਿੰਨ੍ਹ ਦੇਖ ਕੇ ਪਹਿਚਾਣ ਲੈਣਾ। ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ, ਜਿਹੜਾ ਮਨੁੱਖ ਏਕ ਸ਼ਬਦ ਲਿਵ ਲਾਵੈ, ਗੁਰੂ ਦੇ ਸ਼ਬਦ ਦਾ ਗਿਆਨ ਹਾਸਲ ਕਰਕੇ, ਔਰ ਜਦੋਂ ਸ਼ਬਦ ਦਾ ਅਰਥ ਆ ਗਿਆ ਨਾ, ਉਸੇ ਹੀ ਸ਼ਬਦ ਵਿੱਚ ਧਿਆਨ ਲਾਉਣਾ ਹੈ, ਅਭਿਆਸ ਕਰਨਾ ਹੈ। ਜਦੋਂ ਅਭਿਆਸ ਕੀਤਾ ਉਸ ਸ਼ਬਦ ਦਾ, ਏਕ ਸ਼ਬਦ ਲਿਵ ਲਾਵੈ, ਉਹਦੀ ਲਿਵ ਉਸ ਇੱਕ ਸ਼ਬਦ ਵਿੱਚ ਅਕਾਲ ਪੁਰਖ ਵਿੱਚ ਲੱਗ ਗਈ, ਤੇ ਲਿਵ ਲੱਗਣ ਵਾਲੇ ਨੂੰ ਹੀ ਸ਼ੁਭ ਗੁਣ ਮਿਲਦੇ ਨੇ। ਗਿਆਨ ਦਾ ਮਤਲਬ ਕੀ ਹੈ? ਜਾਣਨਾ, ਬੋਧ ਹੋ ਜਾਣਾ। ਧਿਆਨ ਦਾ ਮਤਲਬ ਕੀ ਹੈ? ਕਿਸੇ ਖਾਸ ਵਸਤੂ ਤੇ ਧਿਆਨ ਰੱਖਣਾ। ਜਿਵੇਂ ਚਾਰੇ ਪਾਸਿਓਂ ਅਸੀਂ ਆਪਣੇ ਲਿਵ ਨੂੰ ਤੋੜ ਕੇ, ਵਿਰਤੀ ਨੂੰ ਤੋੜ ਕੇ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਜਾਈਏ, ਉਹਨੂੰ ਕਹਿੰਦੇ ਨੇ ਧਿਆਨ। ਲਿਵ ਦਾ ਮਤਲਬ ਹੈ ਸਾਈਂ ਦੇ ਚਰਨਾਂ ਵਿੱਚ ਇੱਕ ਰਸ, ਮਨ ਦੀ ਤਾਰ ਨੂੰ ਪਾਣੀ ਦੀ ਧਾਰ ਦੀ ਵੱਤ ਟਿਕਾ ਕੇ ਰੱਖਣਾ। ਸੋ ਜਿਹੜੇ ਐਸੇ ਗਿਆਨ ਨੂੰ ਗੁਰੂ ਤੋਂ ਹਾਸਲ ਕਰਕੇ ਧਿਆਨ ਲਾਉਂਦੇ ਨੇ, ਇਬਾਦਤ ਕਰਦੇ ਨੇ, ਉਹਨਾਂ ਦੀ ਅਖੀਰ ਸਦੀਵੀ ਪਰਮਾਤਮਾ ਵਿੱਚ ਲਿਵ ਲੱਗ ਜਾਂਦੀ ਹੈ। ਉਹ ਲਾਮਾ ਨਹੀਂ ਰਹਿੰਦਾ ਕੋਈ ਉਹਨਾਂ ਕੋਲ ਵੀ ਮੇਰਾ ਮਨ ਜੁੜਦਾ ਨਹੀਂ ਹੈ, ਉਹਨਾਂ ਦੀ ਤਾਰ ਜੁੜ ਜਾਂਦੀ ਹੈ। ਸੋ ਅੱਗੇ ਮਹਾਰਾਜ ਉਸ ਅਕਾਲ ਪੁਰਖ ਦੇ ਅਗੰਮੀ ਨਾਮ ਦੀ ਜਿਹੜੀ ਵਡਿਆਈ ਕਰ ਰਹੇ ਨੇ ਨਾ, ਉਸ ਅਕਾਲ ਪੁਰਖ ਦੇ ਬਰਕਤ ਨੂੰ ਬਿਆਨ ਕਰਦੇ ਨੇ। ਉਹ ਕੈਸਾ ਹੈ? ਮਹਾਰਾਜ ਆਖਣ ਲੱਗੇ, ਨਿਰਾਲੰਬ ਨਿਰਹਾਰ ਨਿਹ ਕੇਵਲ, ਨਿਰਭਉ ਤਾੜੀ ਲਾਵੈ। ਨਿਰਾਲੰਬ, ਨਿਰਅਲੰਬ, ਨਿਰ ਬਿਨਾ, ਅਲੰਬ ਆਸਰਾ। ਉਹ ਅਕਾਲ ਪੁਰਖ ਆਪਣੇ ਆਪ ਦਾ ਹੀ ਆਸਰਾ ਹੈ, ਹੋਰ ਕਿਸੇ ਦਾ ਆਸਰਾ ਨਹੀਂ ਤੱਕਦਾ। ਉਹ ਨਿਰਹਾਰ, ਨਿਰਾਹਾਰ ਜਿਹੜਾ ਲਫ਼ਜ਼ ਹੈ ਨਾ, ਨਿਰਹਾਰ ਲਈ ਆਉਂਦਾ ਹੈ। ਆਹਾਰ ਮਤਲਬ ਭੋਜਨ, ਜਿਹਨੂੰ ਭੋਜਨ ਦੀ ਵੀ ਲੋੜ ਨਹੀਂ ਹੈ। ਅੱਗੇ ਹੈ ਨਿਹ ਕੇਵਲ, ਜਿਹੜਾ ਖਾਲਸ ਹੈ, ਸ਼ੁੱਧ ਹੈ, ਅਸੰਗ ਹੈ, ਨਿਰਲੇਪ ਹੈ, ਜਿਸ ਨੂੰ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ। ਫਿਰ ਕਹਿੰਦੇ ਨੇ ਨਿਰਭਉ, ਜਿਸ ਨੂੰ ਖੌਫ ਨਹੀਂ ਕਿਸੇ ਦਾ, ਜੋ ਕਿਸੇ ਤੋਂ ਡਰਦਾ ਨਹੀਂ। ਆਖਣ ਲੱਗੇ ਤਾੜੀ ਲਾਵੈ, ਜੋ ਪਰਮਾਤਮਾ ਬਿਨਾਂ ਆਸਰੇ ਤੋਂ ਹੈ, ਬਿਨਾਂ ਆਹਾਰ ਤੋਂ ਰਹਿਣ ਵਾਲਾ ਹੈ, ਸੁਤੇ ਸਿੱਧ ਪ੍ਰਕਾਸ਼ਵਾਨ ਹੈ, ਜੋ ਕਿਸੇ ਤੋਂ ਡਰਦਾ ਨਹੀਂ ਹੈ, ਉਸ ਦੀ ਯਾਦ ਵਿੱਚ ਤਾੜੀ ਲਾਵੈ। ਤਾੜੀ ਦਾ ਮਤਲਬ ਹੈ ਸਮਾਧੀ ਲਾਉਣੀ। ਉਹਦੀ ਯਾਦ ਵਿੱਚ ਕਹਿੰਦੇ ਸਮਾਧੀ ਲਾਇਆ ਕਰੋ। ਸਾਇਰ ਸਪਤ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ। ਸਾਇਰ ਸਮੁੰਦਰ ਨੂੰ ਕਿਹਾ ਹੈ, ਤੇ ਸਪਤ ਦਾ ਮਤਲਬ ਸੱਤ ਸਮੁੰਦਰ, ਡਿੰਗ ਸਮੁੰਦਰ, ਡਿੰਗ ਭਾਸ਼ਾ 'ਚ ਕਹਿ ਦਿੱਤਾ ਜਾਂਦਾ। ਸਾਇਰ ਸਿੰਧੀ ਵਿੱਚ ਵੀ ਸਾਇਰ ਕਹਿ ਦਿੱਤਾ ਜਾਂਦਾ ਹੈ। ਸੱਤ ਸਮੁੰਦਰ ਕਿਹੜੇ ਨੇ? ਸਾਡੇ ਪੰਜ ਇੰਦਰੇ ਨੇ, ਸਾਡੇ ਪੰਜ ਇੰਦਰੇ ਨੇ। ਹੁਣ ਤੁਸੀਂ ਇਸ ਗੱਲ ਨੂੰ ਸਮਝੋ, ਇਹਨਾਂ ਪੰਜਾਂ ਇੰਦਰੀਆਂ ਦੇ ਨਾਲ, ਜਿਹੜੇ ਇੰਦਰੇ ਨੇ ਨਾ, ਇਹਨਾਂ ਦੇ ਨਾਲ ਮਨ ਤੇ ਬੁੱਧ, ਇਹ ਸੱਤ ਸਾਗਰ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਪੰਜ ਗਿਆਨ ਇੰਦਰੇ ਨੇ। ਇਹ ਜਿਹੜੇ ਸੱਤ ਸਮੁੰਦਰ ਨੇ, ਭਰੇ ਜਲ ਨਿਰਮਲ। ਇੰਨੀ ਕੁ ਬਾਣੀ ਪੜ੍ਹਿਆ ਕਰ, ਬਾਣੀ ਨਾਲ ਸਿੰਚਿਆ ਕਰ ਵੀ ਇਹ ਸੱਤੇ ਸਾਗਰ ਨਾਮ ਜਲ ਨਾਲ ਭਰ ਜਾਣ। ਜਦੋਂ ਭਰ ਗਏ ਨਾ, ਉਲਟੀ ਨਾਵ ਤਰਾਵੈ। ਲੋਕ ਬਹਾਵ ਦੇ ਨਾਲ ਨਾਵ ਚਲਾਉਂਦੇ ਨੇ ਬੇੜੀ, ਤੇਰੀ ਨਾਵ ਉਲਟੀ ਚੱਲੇਗੀ। ਭਾਵ ਲੋਕ ਵਿਕਾਰਾਂ ਵਿੱਚ ਰੁੜਦੇ ਜਾ ਰਹੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ। ਤੇਰੀ ਨੌਕਾ ਲੋਕਾਂ ਤੋਂ ਉਲਟੀ ਚੱਲੇਗੀ, ਭਾਵ ਵਿਕਾਰਾਂ ਦੇ ਉਲਟ ਚੱਲੇਗਾ, ਤੂੰ ਪਰਮਾਤਮਾ ਦੇ ਨਾਮ ਵਿੱਚ ਜੁੜ ਜਾਵੇਂਗਾ। ਅੱਗੇ ਪਾਤਸ਼ਾਹ ਹੁਕਮ ਕਰਦੇ ਨੇ, ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਅੱਗੇ ਆਖਣ ਲੱਗੇ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਉਲਟੀ ਨਾਵ ਚਲਾਉਣਾ ਕੀ ਹੈ? ਇਹ ਬਾਹਰ ਦੌੜਦੇ ਹੋਏ ਇੰਦਰੀਆਂ ਨੂੰ, ਮਨ ਨੂੰ ਮਹਾਰਾਜ ਕਹਿੰਦੇ ਨੇ, ਬਾਹਰ ਜਾਤੋ ਠਾਕ ਰਹਾਵੈ। ਬਾਣੀ ਦੇ ਨਾਲ ਇਸ ਮਨ ਬਾਹਰ ਜਾਂਦੇ ਨੂੰ ਰੋਕ ਲਿਆ,
ਗੁਰਮੁਖ ਸਹਿਜ ਸਮਾਵੇ, ਸਹਿਜ ਗਿਆਨ ਨੂੰ ਵੀ ਕਿਹਾ, ਸਹਿਜ ਸ਼ਾਂਤੀ ਨੂੰ ਵੀ ਕਿਹਾ, ਸਹਿਜ ਪ੍ਰੇਮ ਨਾਲ ਬੈਠ ਕੇ ਇਬਾਦਤ ਕਰਨ ਨੂੰ ਵੀ ਕਿਹਾ ਹੈ, ਸਹਿਜ ਪਰਮ ਈਸ਼ਵਰ ਨੂੰ ਵੀ ਕਿਹਾ ਹੈ। ਉਹ ਅਕਾਲ ਪੁਰਖ ਵਿੱਚ ਸਮਾਵੇਗਾ ਜਿਹੜਾ ਮਨ ਨੂੰ ਬਾਹਰ ਮੁਖੀ ਹੋਣ ਤੋਂ ਰੋਕ ਕੇ ਅੰਦਰ ਮੁਖੀ ਹੋਵੇਗਾ, ਅੰਦਰ ਦੀ ਖੋਜ ਕਰੇਗਾ। ਅਖੀਰਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ। ਹੁਣ ਕਹਿੰਦੇ ਇੱਕ ਗ੍ਰਸਤੀ ਹੈ, ਇੱਕ ਉਦਾਸੀ ਹੈ। ਗਿਰਹੀ ਉਹ ਹੁੰਦਾ ਹੈ ਜਿਹੜਾ ਘਰ ਵਿੱਚ ਰਹਿੰਦਾ ਹੈ, ਉਦਾਸੀ ਉਹ ਹੈ ਜਿਸ ਨੇ ਘਰ-ਬਾਰ ਛੱਡਿਆ ਹੈ। ਮਹਾਰਾਜ ਕਹਿੰਦੇ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ। ਜੇ ਗ੍ਰਸਤੀ ਹੈ ਤੇ ਨਾਮ ਦੀ ਬਰਕਤ ਦੇ ਨਾਲ ਮੋਹ ਨੂੰ ਸਾੜ ਨਾ ਕਰ, ਉਪਰਾਮ ਹੋ ਜਾ, ਜਿਵੇਂ ਛੱਪੜ ਵਿੱਚ ਰਹਿੰਦੇ ਆ ਕਮਲ ਦਾ ਫੁੱਲ ਉਪਰਾਮ ਹੈ। ਤੇ ਜੇ ਉਦਾਸੀ ਹੈ, ਘਰ ਛੱਡਿਆ ਹੈ, ਕਹਿੰਦੇ ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ। ਉਹੀ ਉਦਾਸੀ ਗ੍ਰਸਤੀ ਪ੍ਰਵਾਨ ਹੈ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪ੍ਰਵਾਨ। ਜੇ ਬਾਹਰ ਦੌੜਿਆ ਹੈ ਘਰੋਂ ਤੇ ਰੱਬ ਨਾ ਪ੍ਰਾਪਤ ਹੋਇਆ ਤੇ ਕਾਹਦਾ ਉਦਾਸੀ ਹੈ, ਜੀਵਨ ਵਿਅਰਥ ਗਿਆ। ਘਰੇ ਰਹਿਣਾ ਹੈ ਜਾਂ ਘਰੋਂ ਬਾਹਰ ਰਹਿਣਾ ਹੈ, ਗੁਰੂ ਨਾਨਕ ਕਹਿੰਦੇ ਰੱਬ ਨੂੰ ਹਾਸਲ ਕਰੇਗਾ, ਆਪਾ ਪਛਾਣ ਲਵੇਂਗਾ ਤੇ ਫਿਰ ਤੇਰਾ ਉਦਾਸੀਨ ਹੋਣਾ ਤੇ ਗ੍ਰਸਤੀ ਹੋਣਾ ਪ੍ਰਵਾਨ ਹੈ। ਨਾਨਕ ਕਹੈ ਅਵਰ ਨਹੀਂ ਦੂਜਾ, ਸਾਚ ਸ਼ਬਦ ਮਨ ਮਾਨਿਆ ਗੁਰੂ ਦੇ ਸੱਚੇ ਸ਼ਬਦ ਰਾਹੀਂ। ਇਹ ਮਨ ਨੇ ਸਮਝ ਲਿਆ ਵੀ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਸਰਾ ਆਸਰਾ ਨਹੀਂ ਹੈ, ਹੋਰ ਕੋਈ ਨਹੀਂ ਹੈ। ਉਹੀ ਲੋਕ ਪਰਲੋਕ ਦਾ ਵਾਲੀ ਹੈ, ਉਹਦੇ ਨਾਲ ਜੁੜਨਾ ਹੈ, ਉਹਦੇ ਨਾਮ ਦੀ ਹੀ ਜਪਮਾਲੀ ਫੇਰਨੀ ਹੈ, ਫਿਰ ਜੀਵਨ ਸਫਲਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।